ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਆਪਣਾ ਹਰਮਨ ਪਿਆਰਾ ਚੈਨਲ ਸਾਂਝਾ ਪੰਜਾਬ ਤੇ ਮੈਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਰਵੀ ਮਨਹਾਸ ਇੱਕ ਵਾਰੀ ਫੇਰ ਹਾਜ਼ਰ ਹਾਂ ਇੱਕ ਨਵੀਂ ਚਰਚਾ ਦੇ ਨਾਲ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਜੋਤਵਿੰਦਰ ਸੋਢੀ ਜੀ ਆਏ ਹੋਏ ਨੇ, ਜਿਨ੍ਹਾਂ ਨੇ ਕਿ ਪਿਛਲੇ ਵੀਕ ਬਹੁਤ ਹੀ ਗਹਿਮੀ ਮਚਾਈ ਹੋਈ ਸੀਗੀ ਸਿਟੀ ਹਾਲ ਦੇ ਵਿੱਚ ਆਪਣੀਆਂ ਡੈਲੀਗੇਸ਼ਨਸ ਨੂੰ ਲੈ ਕੇ, ਜਿਨ੍ਹਾਂ ਦੇ ਵਿੱਚ ਕੁਝ ਮੁੱਦੇ ਸੀਗੇ ਅਫੋਰਡੇਬਲ ਤੇ ਹਾਊਸਿੰਗ ਐਂਡ ਸੇਫਟੀ ਨੂੰ ਲੈ ਕੇ। ਉਹਨਾਂ ਨੇ ਕਾਫੀ ਉੱਥੇ ਹੰਗਾਮਾ ਕਹਿ ਲਓ ਕਿ ਸਿਟੀ ਆਫ ਬਰੈਂਪਟਨ ਦੇ ਵਿੱਚ ਹੋਇਆ ਆ। ਇਹ ਸਾਰਾ ਮੁੱਦਾ ਕੀ ਆ ਤੇ ਕਿੱਦਾਂ ਹੈਪਨ ਹੋਇਆ ਤੇ ਇਹਦੇ ਵਿੱਚ ਹੋਰ ਡਿਟੇਲਸ ਕੀ ਨੇ, ਇਹ ਸਾਰੀਆਂ ਗੱਲਾਂ ਉਹਨਾਂ ਦੇ ਮੂੰਹੋਂ ਹੀ ਜਾਣਦੇ ਹਾਂ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ। ਜੋਤਵਿੰਦਰ ਜੀ, ਵੈਲਕਮ ਟੂ ਦਾ ਸਟੂਡੀਓ। ਧੰਨਵਾਦ ਰਵੀ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਾਂਝਾ ਪੰਜਾਬ ਦੀ ਟੀਮ ਦਾ ਤੇ ਬਾਬ ਜੀ ਦਾ ਸਭ ਦਾ ਸ਼ੁਕਰੀਆ ਮੈਨੂੰ ਸਰੋਤਿਆਂ ਦੇ ਰੂਬਰੂ ਕਰਨ ਦਾ। ਜੀ ਜਦੋਂ ਵੀ ਤੁਸੀਂ ਸਾਡੀ ਕਮਿਊਨਿਟੀ ਦੀ ਹੈਲਪ ਲਈ, ਸਾਡੀ ਕਮਿਊਨਿਟੀ ਦੇ ਵੈਲਫੇਅਰ ਲਈ ਤੁਸੀਂ ਜਦੋਂ ਵੀ ਡੈਲੀਗੇਸ਼ਨਸ ਪਾਉਂਦੇ ਹੋ, ਅਸੀਂ ਹਰ ਵੇਲੇ ਤੁਹਾਡੇ ਲਈ ਹਾਜ਼ਰ ਹਾਂ। ਯੂ ਆਰ ਆਲਵੇਜ਼ ਵੈਲਕਮ। ਔਰ ਤੁਸੀਂ ਫ੍ਰੀਲੀ ਇੱਥੇ ਸਾਡੇ ਮੀਡੀਆ 'ਤੇ ਫ੍ਰੀਲੀ ਟਾਕ ਕਰ ਸਕਦੇ ਹੋ ਕਿ ਤੁਸੀਂ ਕਿਹੜੇ ਮੁੱਦੇ ਨੇ ਜਿਹੜੇ ਸਾਡੇ ਵੈਲਫੇਅਰ ਲਈ, ਸਾਡੇ ਬ੍ਰੈਂਪਟੋਨੀਅਨਸ ਦੇ ਵਾਸਤੇ ਚੁੱਕੇ ਨੇ ਤੇ ਅੱਗੋਂ ਉਹਨਾਂ ਦਾ ਰਿਸਪੌਂਸ ਕੀ ਰਿਹਾ ਆ। ਸੋ ਓਵਰ ਟੂ ਯੂ। ਬਿਲਕੁਲ ਜੀ, ਧੰਨਵਾਦ। ਤੁਸੀਂ ਵੀ ਪਾਰਟ ਆਫ ਦਾ ਟੀਮ। ਆਪਾਂ ਰਲ ਮਿਲ ਕੇ ਹੋਮ ਓਨਰਸ ਵੈਲਫੇਅਰ ਐਸੋਸੀਏਸ਼ਨ ਤੇ ਕੰਸਰਨ ਰੈਜ਼ੀਡੈਂਟਸ ਆਫ ਬਰੈਂਪਟਨ ਜਿਹੜੇ ਅਸੀਂ ਇਹਨਾਂ ਵੱਲੋਂ ਅਸੀਂ ਜਿਹੜਾ ਹੈ ਲੌਬੀ ਕਰਦੇ ਹਾਂ ਸਿਟੀ ਨਾਲ, ਪ੍ਰੋਵਿੰਸ ਨਾਲ, ਫੈਡਰਲ ਨਾਲ, ਡਿਫਰੈਂਟ ਮੁੱਦਿਆਂ ਤੇ। ਐਤਕੀ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਸੀਗਾ ਲੀਗਲਾਈਜੇਸ਼ਨ ਆਫ ਬੇਸਮੈਂਟ। ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਜਿਸ ਮੁੱਦੇ ਤੋਂ ਜਿਹੜਾ ਗਾਮੀ ਭਖੀ ਹੈ, ਉਹਨਾਂ ਨੇ ਖੈਰ ਡੈਲੀਗੇਸ਼ਨ ਤਾਂ ਮੈਨੂੰ ਕਰਨ ਦਿੱਤਾ ਪੂਰਾ। ਉਸ ਤੋਂ ਬਾਅਦ ਸਾਰੇ ਕੌਂਸਲ ਕਹਿ ਲਓ ਵੀ ਸਣੇ ਉਹਨਾਂ ਦੇ ਸਟਾਫ ਵਿੱਚ ਦੁਆਲੇ ਹੋ ਗਏ। ਤੇ ਅਸੀਂ ਮੇਰੀ ਕੋਸ਼ਿਸ਼ ਜਾਂ ਆਪਣੀ ਟੀਮ ਦੀ, ਸਾਡੀ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਜਿਹੜੇ ਸਹੀ ਮੁੱਦੇ ਨੇ, ਜਿਹੜੇ ਉਹਨਾਂ ਦੇ ਜੈਨੂਅਨ ਕੰਸਰਨਸ ਨੇ, ਉਹਨਾਂ ਨੂੰ ਕੰਪਾਈਲ ਕਰਕੇ ਸਿਟੀ ਦੇ ਟੇਬਲ ਤੇ ਰੱਖਣਾ ਫॉर ਅ ਰੈਜ਼ੋਲੂਸ਼ਨ, ਫਿਰ ਉਹਦੇ ਨਾਲ ਲੌਬੀ ਕਰਨਾ ਤਾਂ ਕਿ ਲੋਕ ਜਿਹੜੇ ਟੈਕਸ ਪੇਅਰਸ ਟੈਕਸ ਵੀ ਦਿੰਦੇ ਨੇ, ਚਾਹੇ ਉਹ ਸਿਟੀ ਨੂੰ ਪ੍ਰੋਪਰਟੀ ਟੈਕਸ ਦੇ ਰਹੇ ਆ ਜਾਂ ਹੋਰ ਲੈਵਲ ਤੇ ਫੈਡਰਲੀ ਪ੍ਰੋਵਿੰਸ਼ਲੀ ਸਾਰੇ ਸਾਡੇ ਟੈਕਸਿਸ ਜਾ ਰਹੇ ਆ, ਤਾਂ ਸਾਡੇ ਜਿਹੜੇ ਪਾਲਿਸੀ ਮੇਕਰਸ ਦੀ ਡਿਊਟੀ ਹੁੰਦੀ ਹੈ ਸਹੂਲਤਾਂ ਦੇਣ, ਨਾ ਕਿ ਸਾਡੀ ਲਾਈਫ ਜਿਹੜੀ ਹੋਰ ਔਖੀ ਬਣਾਉਣ। ਰਾਈਟ। ਤੇ ਉਹਦੇ ਵਾਸਤੇ ਤੁਸੀਂ ਵੀ ਥੋੜ੍ਹਾ ਜਿਹਾ, ਮੈਂ ਸਰੋਤਿਆਂ ਨੂੰ ਕਹਾਂਗਾ ਜ਼ਰੂਰ ਬੋਲਦੇ ਰਿਹਾ ਕਰੋ ਆਪਣੇ ਵਿਸ਼ੇ ਦੇ ਉੱਤੇ। ਤੇ ਜੇ ਤੁਸੀਂ ਨਾਲ ਬੋਲਦੇ ਰਹੋਗੇ ਸਾਨੂੰ ਵੀ ਹੌਸਲਾ ਹੋਏਗਾ ਤੇ ਪੋਲੀਟੀਸ਼ੀਅਨਸ ਮੋਰ ਪ੍ਰੋਐਕਟਿਵਲੀ ਕੰਮ ਕਰਨਗੇ। ਤੇ ਅਸੀਂ ਉਹਦੇ ਵਿੱਚ ਕੁਝ ਜਿਹੜੇ ਮੁੱਦੇ ਸੀਗੇ ਉਹ ਸੀ ਯੂਜ਼ ਦ ਚੈੱਕਲਿਸਟ ਫॉर ਇੰਸਪੈਕਟਰਸ ਟੂ ਸਟੈਂਡਰਡਾਈਜ਼ the inspection procedure to reduce unnecessary influence targeting certain racial communities। ਇੱਕ ਮਿੰਟ, ਮੈਂ ਆਪਣੇ ਟੈਕਨੀਕਲ ਟੀਮ ਨੂੰ ਰਿਕੁਐਸਟ ਕਰਦਾ ਕਿ ਇਹ ਜਿਹੜੀਆਂ ਸਾਡੀਆਂ ਸਲਾਈਡਸ ਨੇ ਜੋ ਕਿ ਜੋਤਵਿੰਦਰ ਜੀ ਇਸ ਟਾਈਮ ਪੜ੍ਹ ਰਹੇ ਨੇ, ਕਾਈਂਡਲੀ ਜੇ ਅਵੇਲੇਬਲ ਨੇ ਤਾਂ ਸਕਰੀਨ 'ਤੇ ਸ਼ੋ ਵੀ ਕਰ ਦਿਓ ਤਾਂ ਕਿ ਸਾਡੇ ਵਿਊਅਰਸ ਸੁਣ ਵੀ ਲੈਣ, ਪੜ੍ਹ ਵੀ ਲੈਣ ਤੇ ਦੇਖ ਵੀ ਲੈਣ। ਜੀ, ਉਹਦੇ ਵਿੱਚ ਅਸੀਂ ਪਿਛਲੇ ਸਾਲ ਅਸੀਂ ਟਾਊਨ ਹਾਲ ਕੀਤੀ ਸੀ ਸੈਪਟੈਂਬਰ ਦੇ ਵਿੱਚ ਔਨ ਸੇਫਟੀ ਤੇ ਹਾਊਸਿੰਗ ਦੇ ਇਸ਼ੂਜ਼ ਦੇ ਉੱਤੇ। ਉਦੋਂ ਲੋਕਾਂ ਨੇ ਬਹੁਤ ਕਿਹਾ ਸੀ, ਲੋਕਾਂ ਦੇ ਸਟਰੀਟਾਂ ਦੇ ਉੱਤੇ ਟਾਰਗੇਟ ਕਰਕੇ ਉਹਨਾਂ ਨੇ ਜਿਹੜੀਆਂ ਪੈਨਲਟੀਜ਼ ਜਿਹੜੀਆਂ ਲਾਈਆਂ ਸੀ, ਜਿਹਨਾਂ ਦੇ ਕੇਸ ਹੁਣ ਚੱਲ ਰਹੇ ਆ, ਕੁਛ ਇਨ ਪ੍ਰੋਸੈਸ ਨੇ, ਕੁਛ ਨੂੰ ਪੈਨਲਟੀਜ਼ ਦੇਣੀਆਂ ਪਈਆਂ। ਉਹਦੀ ਐਗਜ਼ਾਮਪਲ ਮੈਂ ਦੇਦਾ, 1 ਸਾਲ ਪਿੱਛੇ $1.5 ਲੱਖ ਇਕੱਠਾ ਕੀਤਾ ਸੀ ਸਿਟੀ ਨੇ ਪੈਨਲਟੀਜ਼ ਤੋਂ। ਹਾਂਜੀ। ਤੇ ਲਾਸਟ ਈਅਰ ਜਿਹੜਾ ਉਹਨਾਂ ਦਾ ਜਿਹੜਾ ਰੈਵਨਿਊ ਸੀ ਉਹ 2 ਮਿਲੀਅਨ ਸੀ ਜੀ। ਅੱਛਾ ਜੀ। ਇੱਥੋਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਕਿਵੇਂ ਟਾਰਗੇਟ ਹੋ ਰਿਹਾ, ਕਿਵੇਂ ਇਹ ਪੈਨਲਟੀਜ਼ ਜਿਹੜੀਆਂ ਇਸ਼ੂ ਹੋ ਰਹੀਆਂ। ਪਹਿਲਾਂ ਟੈਕਸ ਵੀ ਜ਼ਿਆਦਾ ਦਿਓ, ਸਹੂਲਤਾਂ ਵੀ ਘੱਟ, ਔਨ ਟਾਪ ਆਫ ਇਟ ਨਾਓ ਪੈਨਲਟੀਜ਼ ਵੀ। ਜੇ ਕਿਤੇ ਗੈਪ ਹੈਗਾ, ਕਮੀ ਹੈ, ਤਾਂ ਜਿਹੜੇ ਸਾਡੇ ਐਡਮਿਨਿਸਟ੍ਰੇਸ਼ਨ ਹੈ ਜਾਂ ਸਿਟੀ ਕੌਂਸਲ ਹੈ ਜਾਂ ਮੇਅਰ ਨੇ, ਉਹ ਲੋਕਾਂ ਨਾਲ ਮਿਲ ਕੇ ਕੰਮ ਕਰਨ, ਉਹਦਾ ਰੈਜ਼ੋਲੂਸ਼ਨ ਲੱਭਣ। ਉਹ ਰੈਜ਼ੋਲੂਸ਼ਨ ਅਸੀਂ ਕਿਹਾ ਸੀ ਵੀ ਤੁਸੀਂ ਸਟੈਂਡਰਡਾਈਜ਼ ਕਰ ਦਿਓ ਟੈਂਪਲੇਟ ਤਾਂ ਕਿ ਹਿਊਮਨ ਵੇਰੀਏਸ਼ਨ ਘੱਟ ਜਾਵੇ ਉਹਦੇ ਵਿੱਚ। ਅੱਛਾ ਜੀ। ਇੱਕ ਇੰਸਪੈਕਟਰ ਤੁਸੀਂ ਜਾ ਰਹੇ ਹੋ, ਮੈਂ ਜਾ ਰਿਹਾ, ਕੋਈ ਹੋਰ ਜਾ ਰਿਹਾ, ਸਾਡੇ ਜਿਹੜੀ ਸਟੇਟਮੈਂਟ ਉਹ ਸੇਮ ਰਹੇ। ਜਿਹੜਾ ਹੋਮ ਓਨਰ ਦੇ ਉੱਤੇ ਅਲਟੀਮੇਟਲੀ ਜਿਹੜਾ ਜਦੋਂ ਲੀਗਲਾਈਜ਼ ਕਰਾਉਂਦਾ ਉਹਦੇ ਤੇ ਬੋਝ ਪੈਣਾ, ਕਿਉਂਕਿ ਕੰਟਰੈਕਟਰ ਨੇ ਸਾਰੇ ਖਰਚੇ ਉਹਦੇ ਤੇ ਪਾ ਦੇਣੇ। ਅੱਜ ਕੁਛ ਕਹਿਤਾ, ਕੱਲ ਕੁਛ ਕਹਿਤਾ, ਪਰਸੋਂ ਕੁਛ ਹੋਰ ਕਹਿਤਾ, ਈਮੇਲ 'ਚ ਕੁਛ ਹੋਰ ਕਹਿਤਾ। ਜੇ ਸਟੈਂਡਰਡ ਟੈਂਪਲੇਟ ਹੋਏਗੀ ਤਾਂ ਉਹ ਪ੍ਰੋਸੀਜਰ ਇਹ ਕੋਈ ਅਸੀਂ ਆਪਣਾ ਨਾਰਮਲੀ ਇੰਟਰਨੈਸ਼ਨਲ ਸਟੈਂਡਰਡ ਬਣੇ ਹੋਏ ਆ ਇਹਦੇ ਵਾਸਤੇ। ਤੁਹਾਨੂੰ ਲੱਗਦਾ ਵੀ ਇਹ ਜਿਹੜਾ ਪੈਨਲਟੀ ਸਿਸਟਮ ਹੈ ਇਹਦੇ ਵਿੱਚ ਵੀ ਰੇਸ਼ਿਜ਼ਮ ਹੈਗਾ? ਇਹਦੇ 'ਚ ਦੇਖੋ, ਮੈਂ ਤਾਂ ਕਹਿੰਦਾ ਵੀ ਇਨਵੈਸਟੀਗੇਸ਼ਨ ਓਪਨ ਹੋਣੀ ਚਾਹੀਦੀ ਹੈ। ਸਾਡੇ ਕੋਲੋਂ ਕੰਪਲੇਂਟਸ ਬਹੁਤ ਆ ਰਹੀਆਂ ਨੇ। ਅੱਛਾ ਜੀ। ਤੇ ਜਦੋਂ ਸਾਡੇ ਕੋਲ ਆਉਂਦੀਆਂ ਨੇ ਦੈਟ ਮੀਨਸ ਇਹਨਾਂ ਕੋਲ ਵੀ ਜਾਂਦੀਆਂ ਨੇ। ਵਾਈ ਡੋਂਟ ਵੀ ਇਨਵੈਸਟੀਗੇਟ ਕਿ ਕਿੰਨੇ ਆ ਤੁਸੀਂ ਰੇਸ਼ਲੀ ਕਿੰਨੀਆਂ ਟਿਕਟਾਂ ਹੁਣ ਤੱਕ ਦਿੱਤੀਆਂ ਨੇ, ਇਹਨਾਂ ਨੂੰ ਇਹ ਓਪਨ ਇਨਵੈਸਟੀਗੇਸ਼ਨ ਕਰਾਓ। ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਦੇਖੋ ਲੀਡਰ ਚਲਾਉਂਦੇ ਨੇ, ਜਿਹੜੇ ਕੌਂਸਲ ਹੈ ਉਹ ਰਿਸਪੌਂਸੀਬਲ ਹੈ, ਸਟਾਫ ਨਹੀਂ ਹੈਗਾ। ਸਟਾਫ ਨੂੰ ਤਾਂ ਜਿੱਦਾਂ ਡਾਇਰੈਕਸ਼ਨਸ ਮਿਲ ਗਈਆਂ ਉੱਦਾਂ ਉਹਨਾਂ ਨੇ ਕੰਮ ਕਰੀ ਜਾਣਾ। ਬਿਲਕੁਲ ਰਾਈਟ। ਇਹ ਕਹਿੰਦੇ ਨੇ ਅਸੀਂ ਕੰਪਲੇਂਟ ਬੇਸ ਤੇ ਕਰਦੇ ਹਾਂ, ਫਿਰ ਸਟਰੀਟਾਂ ਦੀਆਂ ਸੀਟਾਂ ਕਿਵੇਂ ਤੁਸੀਂ ਇਨਵੈਸਟੀਗੇਟ ਕਰ ਲਈਆਂ?
ਕਿਤੇ ਨਾ ਕਿਤੇ ਕੋਈ ਨਾ ਕੋਈ। ਦੂਜਾ ਅਸੀਂ ਕਿਹਾ ਸੀ ਰਿਸਪੈਕਟ ਟੈਕਸ ਪੇਅਰਸ / ਹੋਮਓਨਰਸ ਬੀਇੰਗ ਹਰਾਸਡ। ਦੇਖੋ ਐਕਸਪੈਕਟੇਸ਼ਨ ਇਜ਼ ਦ ਸਿਟੀ ਅਥਾਰਟੀਜ਼ ਵਰਕ ਟੂ ਰਿਜ਼ੋਲਵ ਦ ਇਸ਼ੂਜ਼ ਇੰਸਟੈਡ ਆਫ ਯੂਜ਼ਿੰਗ ਪਾਵਰ ਓਵਰ ਟੈਕਸ ਪੇਅਰਸ। ਸੋ ਓਵਰ ਪਾਵਰ ਹੋਣ ਦੀ ਲੋੜ ਨਹੀਂ ਹੈ, ਤੁਸੀਂ ਕੰਮ ਕਰੋ ਉਹਨਾਂ ਨਾਲ, ਉਹਨਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਰਿਜ਼ੋਲਵ ਕਰੋ, ਸਿੰਪਲੀਫਾਈ ਪ੍ਰੋਸੈਸ ਕਰੋ, ਪ੍ਰੋਸੀਜਰ ਸਟੈਂਡਰਡਾਈਜ਼ ਕਰ ਦਿਓ, ਆਪਣੇ ਆਪ ਠੀਕ ਹੋ ਜਾਏਗਾ। ਯੂਜ਼ ਦ ਲੇਟੈਸਟ ਟੈਕਨੋਲੋਜੀ ਐਗਜ਼ਾਮਪਲ ਸਕੈਨਰਸ ਟੂ ਚੈੱਕ ਦ ਪਲੰਬਿੰਗ ਐਂਡ ਇਲੈਕਟ੍ਰੀਕਲ ਵਰਕ। ਜਦੋਂ ਬਣੀ ਵੀ ਬੇਸਮੈਂਟ ਹੈ ਜਿਹਨੂੰ ਦੁਬਾਰਾ ਲੀਗਲਾਈਜ਼ ਕਰਾਉਣ ਚੱਲਿਆ, ਉਹ ਕਹਿੰਦੇ ਨੇ ਜੀ ਇਹਨੂੰ ਢਾਹ ਦਿਓ ਹੁਣ ਤੁਸੀਂ, ਇਹ ਤਾਂ ਸਾਡੇ ਜਿਹੜੇ ਅੱਜ ਦੇ ਕੋਡਸ ਨੇ ਉਹਨਾਂ ਦੇ ਮੁਤਾਬਕ ਪਾਸ ਨਹੀਂ ਹੋਈ, ਪਹਿਲਾਂ ਬਿਲਡਰ ਨੂੰ ਪਾਸ ਕਰਤੀ ਤੁਸੀਂ। ਜੇ ਉਹਦੇ 'ਚ ਕਮੀ ਹੈ ਤੁਸੀਂ ਸਕੂਨਰ ਲੈ ਕੇ ਕਰ ਲਓ, ਨਹੀਂ 20-25 ਹਜ਼ਾਰ ਪਹਿਲਾਂ ਢਾਹਣ ਦਾ ਸਾਰੀ ਬਣੀ ਬਣਾਈ ਨੂੰ, ਫਿਰ ਦੁਬਾਰਾ ਨਵੀਂ ਸਿਰੇ ਤੋਂ ਬਣਾਉਣ ਦਾ ਉਹ ਖਰਚਾ ਜਿਹੜਾ ਜਾ ਕੇ 60-70-80 ਹਜ਼ਾਰ ਡਾਲਰ ਤੱਕ ਚਲਾ ਜਾਂਦਾ। ਇਟਸ ਨਾਟ ਵਾਇਬਲ ਫਾਈਨੈਂਸ਼ੀਅਲੀ ਟੂ ਡੂ ਦੈਟ। ਤੋ ਚੀਜ਼ਾਂ ਅਵੇਲੇਬਲ ਨੇ ਮਾਰਕੀਟ ਦੇ ਵਿੱਚ। ਸਿਟੀ ਕੋਈ ਛੋਟੀ ਜਿਹੀ ਜਗ੍ਹਾ ਤਾਂ ਹੈ ਨਹੀਂ, 700 ਮਿਲੀਅਨ ਦਾ ਬਜਟ ਹੈ, ਤੁਸੀਂ ਇਹ ਚੀਜ਼ਾਂ ਤਾਂ ਤੁਸੀਂ ਲੈ ਸਕਦੇ ਹੋ ਲੋਕਾਂ ਤੋਂ ਟੈਕਸ ਪੇ। ਅਸੀਂ ਇੱਕ ਕਹਿ ਲਓ ਕਿ ਇੰਡੀਆ ਐਸਟੈਬਲਿਸ਼ਡ ਕੰਟਰੀ ਦੇ ਵਿੱਚ ਬੈਠੇ ਹਾਂ ਜਿੱਥੇ ਹਰ ਚੀਜ਼ ਅਵੇਲੇਬਲ ਆ, ਤੇ ਜੇ ਹਾਲੇ ਵੀ ਉਹੀ ਪੁਰਾਣੇ ਹੀ ਕਹਿ ਲਓ ਸਿਸਟਮ ਦੇ ਨਾਲ ਚੱਲਣਾ ਆ ਤੇ ਡਸਨਟ ਮੇਕ ਐਨੀ ਸੈਂਸ। ਯਾ ਸਿਟੀ ਨੀਡ ਟੂ ਡਿਪਲੋਏ ਇਨਫਰਾਰੈਡ ਸੈਂਸਰ ਇਕਵਿਪਮੈਂਟ ਟੂ ਡਿਟੈਕਟ if underground pipelines or wiring comply with the city codes. ਸਿੰਪਲ। ਜੇ ਉਹ ਕੋਡ ਦੇ ਵਿੱਚ ਤੁਹਾਡੇ ਨਾਲ ਫੋਲੋ ਕਰਦਾ ਹੈ ਤਾਂ ਉਹਨੇ ਪੱਟਤੀ, ਉਹਦਾ ਤਾਂ ਨੁਕਸਾਨ ਹੋ ਗਿਆ ਨਾ ਇੱਕ ਵਾਰੀ। ਸੋ ਇਹ ਇੱਕ ਅਸੀਂ ਬੜੀ ਉਹਨਾਂ ਨੂੰ ਸਕੈਨਰ ਜਿਹੜਾ ਮੇਨ ਚੀਜ਼ ਅਸੀਂ ਫੋਕਸ ਕੀਤਾ ਸੀ, ਠੀਕ ਹੈ ਜੀ। ਗਿਵ ਐਟ ਲੀਸਟ 1 year ਗ੍ਰੇਸ ਪੀਰੀਅਡ ਟਾਈਮ ਟੂ ਹੋਮ ਓਨਰਸ ਸੋ ਦੇ ਕੈਨ ਡੂ ਦ ਪ੍ਰੋਪਰ ਕੰਸਟਰਕਸ਼ਨ ਇਨ ਇਨਫ ਟਾਈਮ ਫਰੇਮ। ਫਸਟ ਟਾਈਮ ਗ੍ਰੇਸ ਪੀਰੀਅਡ, ਰਾਈਟ। ਸੋ ਦ ਪੁਆਇੰਟ ਇਜ਼ ਜਦੋਂ ਆਪਾਂ ਕੋਈ ਵੀ ਬੇਸਮੈਂਟ ਲੀਗਲਾਈਜ਼ ਕਰਾਉਂਦੇ ਹਾਂ, ਪਹਿਲਾਂ ਤਾਂ ਆਪਾਂ ਡਰਾਇੰਗਾਂ ਬਣਾਉਂਦੇ ਹਾਂ, ਡਰਾਇੰਗਾਂ ਬਣਾ ਕੇ ਆਰਕੀਟੈਕਟ ਤੋਂ ਫਿਰ ਅਸੀਂ ਉਹਨੂੰ 15 ਦਿਨ ਮਹੀਨਾ ਬੈਕ ਐਂਡ ਫੋਰਥ ਚੱਲਦੀ ਹੈ, ਤੁਸੀਂ ਇਹ ਠੀਕ ਕਰ ਦਿਓ, ਇੱਦਾਂ ਕਰ ਦਿਓ, ਰਾਈਟ, ਅਪਰੂਵਲਸ। ਫਿਰ ਆਪਾਂ ਸਿਟੀ ਕੋਲ ਸਬਮਿਟ ਕਰਦੇ ਹਾਂ। ਸਿਟੀ ਦਾ ਆਪਣਾ ਵੇਟ ਟਾਈਮ ਆਲਮੋਸਟ 4 ਮਹੀਨੇ ਹੈ। ਫਿਰ ਉਸ ਤੋਂ ਬਾਅਦ ਜਦੋਂ ਅਪਰੂਵਲ ਹੋ ਕੇ ਆ ਜਾਂਦੀ ਹੈ, ਫਿਰ ਅਸੀਂ ਕਾਂਟਰੈਕਟਰ ਲੱਭਦੇ ਹਾਂ। ਫਿਰ ਕਾਂਟਰੈਕਟਰ ਕਿਹੜਾ ਰੈਡੀਲੀ ਅਵੇਲੇਬਲ ਨੇ? It's a skilled trade industry, you need to wait for it. ਸੋ ਇਹ ਸਾਰੇ ਪ੍ਰੋਸੈਸ ਨੂੰ ਟਾਈਮ ਕਾਫੀ ਲੱਗ ਜਾਂਦਾ ਸੀ ਕਿ ਘੱਟੋ ਘੱਟ ਸਾਲ 1.5 ਸਾਲ ਤਾਂ ਦਿਓ ਲੋਕਾਂ ਨੂੰ, ਬਜਾਏ ਕਿ ਟਿਕਟ ਦੇਣ ਦੇ 5000 10,000 20,000 ਦੀ, ਤੁਸੀਂ ਉਹਨਾਂ ਨੂੰ ਟਾਈਮ ਦੇ ਦਿਓ ਵੀ ਭਾਈ ਇੰਨੇ ਟਾਈਮ ਫਰੇਮ 'ਚ ਤੁਸੀਂ ਨਹੀਂ ਕਰਦੇ। ਜੇ ਉਸ ਟਾਈਮ ਫਰੇਮ 'ਚ ਨਹੀਂ ਕਰਦੇ ਫਿਰ ਤੁਸੀਂ ਪੈਨਲਾਈਜ਼ ਕਰ ਸਕਦੇ ਹੋ। ਡਜ਼ ਮੇਕ ਸੈਂਸ। ਅਸੀਂ ਇਹ ਨਹੀਂ ਕਹਿ ਰਹੇ ਵੀ ਨਾ ਕਰੋ। ਦੂਜਾ ਕਿਹਾ ਸੀ ਅਸੀਂ ਗ੍ਰੈਂਡਫਾਦਰ ਰੂਲ, ਜਿਹੜੀਆਂ ਪਹਿਲਾਂ ਲੀਗਲ ਹੋ ਚੁੱਕੀਆਂ ਬੇਸਮੈਂਟਾਂ ਪਿਛਲੇ ਸਮੇਂ ਦੇ ਵਿੱਚ, ਹੁਣ ਇਹ ਕਹਿੰਦੇ ਨਹੀਂ ਨਵੇਂ ਕੋਡ ਦੇ ਮੁਤਾਬਕ ਉਹ ਕੁਆਲੀਫਾਈ ਨਹੀਂ ਕਰਦੀਆਂ, ਉਹਨਾਂ 'ਤੇ ਤੁਸੀਂ ਗ੍ਰੈਂਡਫਾਦਰ ਰੂਲ ਪ੍ਰੋਵਿੰਸ਼ੀਅਲੀ ਫੈਡਰਲੀ ਹਰ ਜਗ੍ਹਾ 'ਤੇ ਸਿਸਟਮ ਦੇ ਵਿੱਚ ਹੁੰਦਾ, ਲਾ ਕੇ ਕਰ ਲਓ। ਅੱਛਾ, ਬਰੈਂਪਟਨ ਕੋਈ ਵੱਖਰਾ ਸ਼ਹਿਰ ਤਾਂ ਹੈ ਨਹੀਂ, ਇਹ ਤਾਂ ਹੈ ਨਹੀਂ, ਇਟਸ ਨਾਟ ਪਾਰਟ ਆਫ ਦ ਕੈਨੇਡਾ। ਹੁਣ ਇੱਕ ਕੌਂਸਲ ਦੇ ਵਿੱਚ ਪਿਛਲੀ ਵਾਰੀ 9 ਤਰੀਕ ਨੂੰ ਇਹਨਾਂ ਨੇ ਮੋਸ਼ਨ ਰੱਖਿਆ ਸੀ, ਇੱਕ ਕੌਂਸਲਰ ਨੇ, ਆਮ ਨਾਟ ਸ਼ੋਰ ਵਾਟ ਰਿਜ਼ਲਟ ਆਊਟਕਮ ਹੋਈ ਹੈ, ਕਿ ਸਾਨੂੰ ਜਿਹੜੇ ਸਾਡੇ ਬਾਇਲਾ ਆਫੀਸਰਸ ਹੈ ਉਹ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਸਕਦੇ ਆ, ਉਹਨਾਂ ਨੂੰ ਪਰਮਿਸ਼ਨ, ਸਪੈਸ਼ਲ ਪਰਮਿਸ਼ਨ ਪ੍ਰੋਵਿੰਸ ਤੋਂ ਮੰਗ ਰਹੇ ਆ। ਜਿਹੜੀ ਇੱਕ ਤਾਂ ਥੋੜੀ ਪ੍ਰਾਈਵੇਸੀ ਇੱਕ ਹੋਮ ਓਨਰ ਦੀ, ਦੂਜੀ ਤੁਹਾਨੂੰ ਤਨਖਾਹ ਦੇ ਰਹੇ ਆ, ਤੁਹਾਡੇ ਟੈਕਸ ਪੇਅਰਸ ਕੰਟਰੀਬਿਊਟ ਕਰ ਰਹੇ ਆ, ਤੁਸੀਂ ਉਹਨਾਂ ਦੀ ਰਿਸਪੈਕਟ ਪ੍ਰਾਈਵੇਸੀ ਦੀ ਨਹੀਂ ਕਰਦੇ। ਈਵਨ ਜੇ ਪੁਲਿਸ ਨੇ ਵੀ ਕਰਨਾ ਹੋਵੇ, ਅਨਲੈਸ ਇਟਸ ਅਨਸੇਫ ਕੰਡੀਸ਼ਨਸ, ਪੁਲਿਸ ਵੀ ਨੋਟਿਸ ਲੈ ਕੇ ਜਾਂਦੀ ਹੈ, ਆਰਡਰ ਲੈ ਕੋਰਟ ਆਰਡਰ ਲੈ ਕੇ ਜਾਂਦੀ ਹੈ, ਤੁਸੀਂ ਉਸ ਤੋਂ ਵੀ ਉੱਪਰ ਹੋ ਗਏ। ਇਹ ਉਹਨਾਂ ਦਾ ਪ੍ਰਪੋਜ਼ਲ ਸੀਗਾ ਵੀ ਇਹਦੇ 'ਤੇ ਅਸੀਂ ਆਈ ਹੈਵ ਆਲਰੇਡੀ ਸਟਾਰਟ ਸਪੀਕਿੰਗ ਵਿਦ ਆਵਰ ਪ੍ਰੋਵਿੰਸ਼ੀਅਲ ਪਾਰਟਨਰਸ, ਅਤੇ ਅਸੀਂ ਫੈਡਰਲ ਕੋਲ ਵੀ ਲੈ ਕੇ ਜਾਵਾਂਗੇ, ਕਿਉਂਕਿ ਫੈਡਰਲ ਦਾ ਜਿਹੜਾ ਸਾਨੂੰ ਕਹਿ ਲਓ ਵੀ ਆਪਣਾ ਸਿਸਟਮ ਦੇ ਵਿੱਚ ਜਿਹੜਾ ਸਾਨੂੰ ਅਲਾਊਡ ਹੈ ਕਿ ਸਾਡੀ ਪ੍ਰਾਈਵੇਸੀ ਅਤੇ ਸਾਡੀ ਫਰੀਡਮ ਸਪੀਚ, ਫਰੀਡਮ ਐਕਸਪ੍ਰੈਸ਼ਨ, ਉਹਨੂੰ ਵਾਇਲੇਟ ਕਰਦਾ ਹੈ ਸਾਡੀ ਨਜ਼ਰ ਦੇ ਵਿੱਚ, ਹੈ ਨਾ। ਅਤੇ ਇਹਨੂੰ ਅਸੀਂ ਉਹਨਾਂ ਕੋਲ ਵੀ ਲੈ ਕੇ ਜਾਵਾਂਗੇ। ਨਹੀਂ, ਸਿਟੀ ਸਾਰੀ ਦੀ ਸਾਰੀ ਸਣੇ, ਕੌਂਸਲ ਸਣੇ, ਮੇਅਰ ਐਕਸਪਲੇਨੇਸ਼ਨ ਤਾਂ ਦੇਣ ਘੱਟੋ ਘੱਟ ਵੀ ਕਿਉਂ ਇਹ ਸੋਚਦੇ ਨੇ ਵੀ ਲੋਕਾਂ ਦੀ ਪ੍ਰਾਈਵੇਸੀ 'ਚ ਜਦੋਂ ਮਰਜ਼ੀ ਧਾੜ ਕਰਕੇ ਪੁਲਿਸ ਅੰਦਰ ਵੜੇ। ਬਾਇਲਾ ਆਫੀਸਰਸ ਇਜ਼ ਟੈਕਨੀਕਲੀ ਐਨਫੋਰਸਮੈਂਟ। ਸੋ ਤੁਸੀਂ ਇੱਕ ਧਾੜ ਕਰਦੇ ਲੋਕਾਂ ਦੇ ਘਰਾਂ 'ਚ ਵੜਨਾ ਜਦੋਂ ਮਰਜ਼ੀ, ਰਾਤ ਨੂੰ, ਦਿਨ ਹੈ, ਸਵੇਰੇ ਹੈ, ਸ਼ਾਮ ਹੈ, ਵੇਅਰ ਇਜ਼ देयर ਪ੍ਰਾਈਵੇਸੀ। ਸੋ ਇਹ ਅਸੀਂ ਕਿਹਾ ਸੀ। ਦੂਜਾ ਸੀ ਕਿ ਸਿੰਪਲੀਫਾਈ ਦਾ ਸਾਈਡ ਐਂਟਰੈਂਸ ਪ੍ਰੋਸੀਜਰ ਟੂ ਐਜ਼ ਡਿਵੈਲਪਰਸ ਆਰ ਅਲਾਊਡ ਬਟ ਹੋਮ ਓਨਰਸ ਹੈਵ ਸੈਵਰਲ ਰਿਸਟ੍ਰਿਕਸ਼ਨਸ ਅਰਾਊਂਡ ਇਟ। ਫॉर ਆਰਗੂਮੈਂਟਸ ਇੱਕ ਨਵਾਂ ਘਰ ਬਣਿਆ ਜੀ, ਜਿੱਥੋਂ ਬਿੱਲੀ ਵੀ ਨਹੀਂ ਲੰਘਦੀ, ਉੱਥੋਂ ਤੁਸੀਂ ਜਿਹੜਾ ਡਿਵੈਲਪਰ ਹੈ ਜਦੋਂ ਉਹਨੇ ਘਰ ਬਣਾਇਆ ਉਹਨੂੰ ਸਾਈਡ ਐਂਟਰੈਂਸ ਅਲਾਉ ਕਰਤੀ, ਠੀਕ ਹੈ, ਬਿੱਲੀ ਵੀ ਨਹੀਂ ਲੰਘਦੀ। ਐਗਜ਼ਾਮਪਲਸ ਨੇ ਇਹਦੀਆਂ। ਪਰ ਜਦੋਂ ਹੋਮ ਓਨਰ ਜਾਂਦਾ ਉਦੋਂ ਕਹਿੰਦੇ ਨੇ ਤੁਸੀਂ ਜੇ ਇਹ ਜੀ 7 ਫੁੱਟ ਦਾ ਡਿਸਟੈਂਸ ਨਹੀਂ, 2 ਮੀਟਰ ਦਾ ਨਹੀਂ ਹੈ। ਜਦੋਂ ਤੁਸੀਂ ਡਿਵੈਲਪਰ ਨੂੰ ਅਲਾਉ ਕਰਦੇ ਹੋ ਉਦੋਂ ਤੁਸੀਂ ਦੋਨੋਂ ਘਰਾਂ ਦੇ ਵਿਚਾਲ 60 ਫੁੱਟ ਦੇਖਦੇ ਹੋ। ਸੋ ਵਾਈ ਇਟਸ ਅ ਡਬਲ ਸਟੈਂਡਰਡ। ਅਤੇ ਦੂਜੀ ਗੱਲ ਉਹ ਤਾਂ ਕਰਦੇ ਨੇ ਅਲਾਓ ਕਿਉਂਕਿ ਜਿੱਥੇ ਘਰ 10 ਬਣਨੇ ਨੇ ਉੱਥੇ 12-13 ਬਣਾ ਲੈਣੇ ਆ, ਜਿੱਥੇ 15 ਬਣਨੇ ਨੇ ਉੱਥੇ 18-20 ਬਣਾ ਲੈਣੇ ਆ। ਸੋ ਉਹਨਾਂ ਨੂੰ ਉਹਦੇ ਕਰਕੇ ਘੱਟ। ਪੁਰਾਣੀਆਂ ਸਬ ਡਿਵੀਜ਼ਨਾਂ ਦੇ ਵਿੱਚ ਇਹੋ ਜਿਹਾ ਕੋਈ ਇਸ਼ੂ ਨਹੀਂ ਹੈਗਾ।
ਨਾ ਤਾਂ ਪਾਰਕਿੰਗ ਦਾ ਇਸ਼ੂ ਹੈ ਉੱਥੇ ਕੋਈ, ਨਾ ਉੱਥੇ ਸਾਈਡ ਐਂਟਰਸ ਦਾ ਕੋਈ ਇਸ਼ੂ ਹੈ, ਕਿਉਂਕਿ ਈਵਨ ਸੈਮੀ ਡਿਟੈਚ ਘਰਾਂ 'ਚ ਵੀ ਡਿਫਰੈਂਸ ਬਹੁਤ ਹੈ difference ਹੈ। ਆਪਸ ਦੇ ਵਿੱਚ, ਰਾਈਟ। ਤੇ ਉੱਥੇ ਸਕੂਲ ਦੇ ਗਰਾਊਂਡ ਵੱਡੇ ਨੇ, ਸਕੂਲ ਦਾ ਗਰਾਊਂਡ ਹੁਣ ਤੁਸੀਂ ਦੇਖੋ ਜਾਂ ਪਾਰਕਿੰਗ ਲੋਟ ਹੈ ਜਾਂ ਬਿਲਡਿੰਗ ਹੈ, ਗਰਾਊਂਡ ਤਾਂ ਹੈ ਨਹੀਂ। ਤੇ ਐਦਾਂ ਹੀ ਕਮਿਊਨਿਟੀ ਜਿਹੜੇ ਪਾਰਕਸ ਬਣੇ ਨੇ, ਕਮਿਊਨਿਟੀ ਦੇ ਪਾਰਕਸ ਤਾਂ ਬਣਾਤੇ, ਪਰ ਉਹ ਇੰਨੇ ਛੋਟੇ ਬਣਾਤੇ ਉੱਥੇ ਬੰਦੇ ਤੇ ਬੰਦਾ ਚੜਿਆ ਹੋਇਆ ਹੁੰਦਾ। ਬਿਲਕੁਲ ਜੀ, ਬਿਲਕੁਲ। ਤੁਸੀਂ ਅਸੀਂ ਪਹਿਲਾਂ ਵੀ ਕਿਹਾ ਸੀ ਡਬਲ ਡੈਕਰ ਪਾਰਕ ਬਣਾ ਦਿਓ, ਇੰਨੇ ਛੋਟੇ ਪਾਰਕ ਨੇ, 2 ਘਰਾਂ ਦਾ ਬੈਕਯਾਰਡ ਬਣਾ ਲਓ ਪਾਰਕ ਹੈ। ਬਵੇੜ ਦੇ ਉੱਤੇ ਆਪਣਾ 410 ਕੋਲੇ ਅੰਦਰਲੇ ਪਾਸੇ ਟਾਊਨ ਹਾਊਸ ਬਣੇ ਹੋਏ ਨੇ, 14 ਦੇ ਵਿੱਚ ਉਦੋਂ ਉਹਨਾਂ ਘਰਾਂ 'ਚ ਮੈਂ ਦੇਖ ਕੇ ਹੈਰਾਨ ਹੋ ਗਿਆ ਵੀ ਡਬਲ ਡੈਕਰ ਪਾਰਕ, ਬੱਚਿਆਂ ਦੀ ਤੁਸੀਂ ਉਮਰ ਲਾਓਗੇ ਵੀ 7 ਸਾਲ ਦੇ ਬੱਚੇ 5 ਵਜੇ ਤੱਕ ਖੇਡਣਗੇ, ਤੇ 12 ਸਾਲ ਦੇ ਬੱਚੇ 7 ਵਜੇ ਤੱਕ, ਤੇ 18 ਸਾਲ 16-18 ਸਾਲ ਦੇ ਬੱਚੇ, ਬਿਕਾਜ਼ ਕਮਿਊਨਿਟੀ ਵੱਡੀ ਹੈ, ਪਾਰਕ ਛੋਟਾ, ਸੀਨੀਅਰਸ ਨੇ ਵੀ ਬੈਠਣਾ ਸਮਰ ਦੇ ਵਿੱਚ, ਬੱਚਿਆਂ ਨੇ ਵੀ ਖੇਡਣਾ, ਤੇ ਹੋਰ ਐਕਟੀਵਿਟੀ ਵੀ ਹੈਗੀ ਹੈ। We are in a very developed country, ਆਪਾਂ ਕੋਈ ਇੱਥੇ ਤਾਂ ਨਹੀਂ ਜੰਗਲ 'ਚ ਨਹੀਂ ਬੈਠੇ, ਦਿਸ ਇਜ਼ ਅ ਡਿਵੈਲਪਡ ਕੰਟਰੀ। ਤੇ ਇੱਥੇ ਪਹਿਲਾਂ ਸੀਗਾ ਕਿਹੜੇ ਸਿਸਟਮ ਹੈ ਜਿਹੜੀਆਂ ਸਾਡੇ ਜਿਹੜੇ ਪਲਾਨਿੰਗ ਡਿਪਾਰਟਮੈਂਟ ਹੈ ਜਾਂ ਸਾਡੀ ਕੌਂਸਲ ਧੜਾ ਅਪਰੂਵ ਕਰ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ, ਛੋਟੇ ਤੋਂ ਛੋਟਾ ਇੱਕ ਹਰ ਚੀਜ਼ ਕਿਉਂ ਹੋਈ ਜਾਂਦੀ ਆ, ਜਿਹਦੇ ਵਿੱਚ ਵੀ ਘਰ ਵੀ ਛੋਟੇ, ਘਰਾਂ ਦੇ ਵਿੱਚ ਕਹਿ ਲਓ ਕਿ ਡਰਾਈਵੇ ਔਰ ਸਾਈਡ ਐਂਟਰੈਂਸ ਸਾਰਾ ਕੁਝ ਛੋਟਾ ਹੋਈ ਜਾਂਦਾ, ਪਾਰਕ ਵੀ ਛੋਟੇ ਹੋਈ ਜਾਂਦੇ ਨੇ। ਪਤਾ ਨਹੀਂ ਇਹਨਾਂ ਨੂੰ ਹੁਣ ਜੇ ਪਲਾਨਿੰਗ ਡਿਪਾਰਟਮੈਂਟ ਸਾਡਾ ਕਿਉਂ ਇਹਨਾਂ ਨੂੰ ਪਾਸ ਕਰੀ ਜਾ ਰਿਹਾ ਆ, ਇਹਦੇ ਵਿੱਚ ਹੁਣ ਵਿਚਲੀਆਂ ਗੱਲਾਂ ਕੀ ਨੇ? ਬਿਲਕੁਲ, ਇਹ ਤਾਂ ਸਾਡੇ ਜਿਹੜੇ ਕੌਂਸਲ ਦੇ ਨੁਮਾਇੰਦੇ ਨੇ ਉਹ ਬੜੇ ਬਾਖੂਬੀ ਆਉਣ, ਸਾਡੇ ਨਾਲ ਓਪਨ ਡਿਬੇਟ ਕਰਨ, ਡਿਸਕਸ਼ਨ ਕਰਨ, ਪ੍ਰੂਵ ਅਸ ਰੋਂਗ, ਅਸੀਂ ਸਜ਼ਾ ਭੋਗਣ ਨੂੰ ਤਿਆਰ ਹਾਂ, ਤੁਸੀਂ ਗਲਤੀ ਤਾਂ ਦੱਸੋ ਨਾ। ਫਿਰ ਅਲਾਓ ਮਿਨੀਮਮ 4 ਅਨਰਿਲੇਟਡ ਪੀਪਲ ਇਨ ਅ ਬੇਸਮੈਂਟ ਅਪਾਰਟਮੈਂਟ ਇੰਸਟੈਡ ਆਫ 3। ਫਾਇਰ ਕੋਡ ਜਿਹੜਾ ਬਿਲਡਿੰਗ ਕੋਡ ਕਹਿ ਰਿਹਾ ਉਹ ਕਹਿ ਰਿਹਾ 4 ਅਲਾਉਡ ਹੈ, ਪਰ ਸਿਟੀ ਦਾ ਬਾਇਲਾ ਕਹਿ ਰਿਹਾ 3, ਤੇ ਉਹਦੇ ਲਈ ਤੁਹਾਨੂੰ ਪੈਨਲਟੀ ਹੈ, ਟਿਕਟਾਂ ਦੇ ਰਹੇ ਆ। ਪਰ ਜੇ ਕਿਸੇ ਦੇ ਸਪੋਜ਼ 1 ਨਹੀਂ 2 ਬੱਚੇ ਆ, ਫਿਰ ਉਹ ਕਿੱਥੇ ਜਾਵੇ? ਯਸ, ਉਹ 2 ਬੱਚੇ, ਅੱਛਾ ਦੂਜੀ ਗੱਲ, ਜੇ 2 ਬੈਡਰੂਮ ਦੀ ਬੇਸਮੈਂਟ ਉਹ 'ਚ 4 ਬੰਦੇ ਰਹਿ ਸਕਦੇ, ਤੁਸੀਂ ਸੇਫਲੀ ਲੀਗਲੀ ਰਹਿ ਸਕਦੇ ਆ। ਇੰਪਰੂਵ ਪਾਰਕਿੰਗ ਰਿਕੁਆਇਰਮੈਂਟਸ ਦੇ ਇਹਦੀ ਆਪਾਂ ਪਹਿਲਾਂ ਵੀ, ਤੁਸੀਂ ਵੀ ਹੁਣ ਪੁਆਇੰਟ ਆਊਟ ਕੀਤਾ। ਤੇ ਇੱਕ ਅਸੀਂ ਕਿਹਾ ਸੀ ਪੈਂਡਿੰਗ ਇਸ਼ੂ ਆਫ ਪ੍ਰੋਵਾਈਡਿੰਗ ਅ ਰੈਪਿਡ ਟ੍ਰਾਂਜ਼ਿਟ ਔਨ ਹਾਈਵੇ 7 ਫॉर ਆਵਰ ਸਟੂਡੈਂਟਸ ਐਂਡ EMPLOYEES that continue commute to downtown for employment, and Brampton is lacking a well-paid professional jobs। ਹੁਣ ਇਹਦੇ 'ਚ ਯੂਨੀਵਰਸਿਟੀ ਸਾਡੇ ਕੋਲ ਨਹੀਂ ਹੈਗੀ, ਯੂਨੀਵਰਸਿਟੀ ਦੀ ਐਪਲੀਕੇਸ਼ਨ ਆਈ ਡੋਂਟ ਬਲੀਵ ਕਿ ਹਜੇ ਤੱਕ ਪ੍ਰੋਪਰਲੀ ਸਬਮਿਟ ਹੋਈ ਹੋਈ ਹੈ, ਰਾਈਟ। ਤੇ ਜਿਹੜੇ ਬੱਚੇ ਡਾਊਨਟਾਊਨ, ਚਾਹੇ ਉਹ ਰਾਈਟਸਨ ਯੂਨੀਵਰਸਿਟੀ ਜਾ ਰਹੇ ਆ, ਚਾਹੇ ਟੋਰਾਂਟੋ ਯੂਨੀਵਰਸਿਟੀ ਜਾ ਰਹੇ ਆ, ਚਾਹੇ ਉਹ ਫਾਈਨੈਂਸ਼ੀਅਲ ਹੱਬ ਦੇ ਵਿੱਚ ਜਾ ਰਹੇ ਆ, ਚਾਹੇ ਯਾਰਕ ਜਾ ਰਹੇ ਆ, ਉਹਨਾਂ ਨੂੰ ਕਮਿਊਟ ਚਾਹੀਦਾ, ਚਾਹੇ ਇੰਪਲੋਇਮੈਂਟ ਵਾਸਤੇ ਲੋਕ ਜਾ ਰਹੇ ਆ। ਯੂਥ ਸਾਡਾ ਜਿਹੜਾ ਹੈਗਾ ਪੜ੍ਹਿਆ ਲਿਖਿਆ ਉਰੇ ਹੈ, ਰਹਿੰਦਾ ਉਰੇ ਹੈ, ਪਰ ਸਾਨੂੰ ਜੌਬ ਵਾਸਤੇ ਉਹਨਾਂ ਨੂੰ ਡਾਊਨਟਾਊਨ ਜਾਂ ਹੋਰ ਬਾਹਰ ਜਾਣਾ ਪੈਂਦਾ, ਕਿਉਂਕਿ ਹਾਈ ਪੇਡ ਉਹਦੀ ਕੁਆਲੀਫਿਕੇਸ਼ਨ ਦੇ ਮੁਤਾਬਕ, ਚਾਹੇ ਉਹ ਫਾਈਨੈਂਸ਼ੀਅਲ ਦੀ ਹੈ, ਚਾਹੇ IT ਦੀ ਹੈ, ਚਾਹੇ ਹੋਰ ਕਿਸੇ ਵੱਡੇ ਸੈਕਟਰ ਦੀ ਹੈ, ਸਾਨੂੰ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ, ਕਿਉਂਕਿ ਸਾਡੇ ਸ਼ਹਿਰ ਦੀ ਪਲਾਨਿੰਗ ਪੂਅਰ ਹੈ ਫਰੋਮ ਡਿਕੇਡਸ। ਮੈਂ ਨਹੀਂ ਕਹਿੰਦਾ ਅੱਜ ਤੋਂ ਹੈ ਜਾਂ ਕੱਲ ਤੋਂ ਹੈ, ਇਟਸ ਫਰੋਮ ਲੌਂਗ ਟਾਈਮ। ਫਿਰ ਤੁਸੀਂ 45,000 ਘਰ ਅਪਰੂਵ ਕੀਤੇ ਇਹਨਾਂ ਨੇ ਪਿੱਛੇ ਜੇ ਬਰੈਂਪਟਨ ਵੈਸਟ ਵਾਲੇ ਪਾਸੇ, ਉਹ ਇੱਕ ਪਾਕਟ ਜ਼ਮੀਨ ਸੀ, ਸਾਨੂੰ ਉਮੀਦ ਸੀ ਕਿ ਇੱਥੇ ਇਹ ਬੈਲੈਂਸ ਕਰਨਗੇ। ਤਕਰੀਬਨ 25% ਜਿਹੜੀ ਹੈ ਰੈਵਨਿਊ ਹੈ, ਰਫਲੀ ਆਈ ਡੋਂਟ ਹੈਵ ਐਗਜ਼ੈਕਟ ਫਿਗਰਸ, ਉਹ ਹੈਗਾ ਸਾਡਾ ਇੰਡਸਟਰੀ ਬਿਜ਼ਨਸ ਤੋਂ। 75% ਜਿਹੜਾ ਰੈਵਨਿਊ, ਆਲਮੋਸਟ 75+ ਜਿਹੜਾ ਹੈਗਾ ਉਹ ਹੈਗਾ ਹਾਊਸਿੰਗ ਤੋਂ ਹੈ ਰੈਵਨਿਊ। ਉਹਨਾਂ ਨੂੰ ਵੀ ਤੁਸੀਂ ਦਿੱਤਕਾਰ ਰਹੇ ਹੋ, ਉਹਨਾਂ ਨੂੰ ਵੀ ਤੁਸੀਂ ਪਰੇਸ਼ਾਨ ਕਰ ਰਹੇ ਹੋ। ਇਟਸ ਨਾਟ ਰੌਕਟ ਸਾਇੰਸ। ਬੈਠੋ, ਗੱਲ ਕਰੋ, ਤੁਹਾਡੇ ਕੋਲ 2 ਸਟਾਫ ਮੈਂਬਰ ਨੇ, ਤੁਹਾਡੇ ਕੋਲ ਇੰਨੇ EMPLOYEES ਨੇ, ਬ੍ਰੇਨਸਟਾਰਮਿੰਗ ਕਰੋ। ਰੋਡ ਸੇਫਟੀ ਤੇ ਵੀ ਅਸੀਂ ਇਹੀ ਕਿਹਾ, ਜਿਹਦੇ 'ਚ ਪੈਟਰਿਕ ਬਰਾਊਨ ਉਹਨਾਂ ਨੇ ਐਡਮਿਟ ਵੀ ਕੀਤਾ ਵੀ ਯੈਸ ਇਹ ਲੈਜੀਟਿਮੇਟ ਕੰਸਰਨ ਨੇ, ਇਹ ਰਿਜ਼ੋਲਵ ਹੋਣੇ ਚਾਹੀਦੇ ਨੇ। ਕਰਨੇ ਕਿਹਨੇ ਆ? ਮੈਂ ਕਰਨੇ ਆ। ਅਸੀਂ ਤਾਂ ਤੁਹਾਨੂੰ ਪ੍ਰਪੋਜ਼ਲ ਦੇਤੀ ਆ ਬਣਾ ਕੇ, ਜਿਹੜੀ ਪ੍ਰਪੋਜ਼ਲ ਤੁਸੀਂ ਵੀ ਮੰਨਦੇ ਹੋ ਸਹੀ ਹੈ, ਔਨ ਰਿਕਾਰਡ। ਟੋਰਾਂਟੋ ਸਟਾਰ ਨੇ ਕਿਹਾ, ਪੁੱਛਿਆ ਕੁਐਸਚਨ ਪੈਟਰਿਕ ਬਰਾਊਨ ਉਹਨਾਂ ਨੂੰ ਵੀ, ਜੋਤਵਿੰਦਰ ਸੋਢੀ ਉਹਨਾਂ ਦੇ ਜਿਹੜੇ ਟੀਮ ਹੋਮਮੈਨਸ ਵੈਲਫੇਅਰ ਐਸੋਸੀਏਸ਼ਨ ਜਾਂ ਹੋਰ ਸਾਰੇ ਟੀਮ ਦੇ ਮੈਂਬਰ ਜਿਹੜੇ ਇਹ ਪੁਆਇੰਟਸ ਰੇਜ਼ ਕਰ ਰਹੇ ਆ, ਡੂ ਯੂ ਸੀ ਅ ਵੈਲਿਡਿਟੀ ਇਨ ਦੈਟ? ਯੈਸ, ਇਟਸ ਲੈਜਿਟਿਮੇਟ। ਦੈਨ ਹੂ ਵਿਲ ਸੋਲਵ ਦੈਮ? ਸਾਡੀ ਕੌਂਸਲ ਕਰੇਗੀ ਨਾ, ਸਾਡੇ ਰੀਜਨ ਕਰੇਗੀ ਨਾ, ਬਾਕੀ ਸ਼ਹਿਰਾਂ ਨਾਲ ਬਣੋ। ਅੱਜ ਦੀ ਤਾਜ਼ਾ ਅਵੇਅਰ ਸਿਟੀਜ਼ਨ ਜੋਤਵਿੰਦਰ ਜੀ ਨੇ ਤਾਂ ਜੋ ਵੀ ਮੁੱਦੇ ਸੀਗੇ ਉਹ ਕੰਸਰਨ ਤੱਕ ਪਹੁੰਚਾਤੇ, ਤਾਂ ਹੁਣ ਉਹਨਾਂ ਦਾ ਹੀ ਅੱਗੇ ਬਣਦਾ ਆ, ਰੋਲ ਸ਼ੁਰੂ ਹੋ ਜਾਂਦਾ ਕਿ ਉਹਨਾਂ ਨੇ ਇਹਨਾਂ ਨੂੰ ਕਿੱਦਾਂ ਹੈਂਡਲ ਕਰਨਾ ਆ। ਅੱਜ ਟੋਰਾਂਟੋ ਨੇ 16 ਸਟਾਫ ਮੈਂਬਰ ਤੇ 2 ਸਾਰਜੈਂਟ ਨਾਲ ਇੱਕ ਟੀਮ ਬਣਾਈ ਹੈ ਟੂ ਕੰਟਰੋਲ ਦਾ ਰੋਡ ਟ੍ਰੈਫਿਕ। ਉਹ ਕਹਿ ਰਹੇ ਨੇ ਐਕਸੀਡੈਂਟ ਹੋ ਰਹੇ, ਲੋਕਾਂ ਦੀ ਜਾਨ ਜਾ ਰਹੀ ਹੈ। ਤਾਂ ਐਟਲੀਸਟ ਟੋਰਾਂਟੋ ਹੈਜ਼ ਟੁਕ ਅ ਸਟੈਪ ਫਾਰਵਰਡ, ਬਟ ਵੇਅਰ ਇਜ਼ ਅਪੀਲ ਰੀਜਨ?
ਤੁਹਾਨੂੰ ਤਾਂ ਅਸੀਂ ਕਿੰਨੇ ਸਾਲ ਹੋ ਗਏ ਡੈਲੀਗੇਸ਼ਨ ਲਗਾਤਾਰ ਦੇ ਰਹੇ ਹਾਂ। ਆਮ ਨਾਟ ਸ਼ੋਰ ਕਿ ਟੋਰਾਂਟੋ 'ਚ ਕੋਈ ਦੇ ਰਿਹਾ ਜਾਂ ਨਹੀਂ ਦੇ ਰਿਹਾ, ਪਰ ਪੀਲ ਰੀਜਨ ਕੋਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਸੀਂ ਦੁਹਾਈ ਦਿੰਦੇ ਆ ਰਹੇ ਹਾਂ ਵੀ ਭਾਈ ਰੱਬ ਦੇ ਵਾਸਤੇ ਇੱਕ ਵੀ ਜਾਨ ਜਾਂਦੀ ਹੈ ਜੋ ਕਿਸੇ ਦੀ ਵੀ ਹੈ, ਕੋਈ ਕਿਸੇ ਦਾ ਰਿਲੇਟਿਵ ਹੈ, ਕਿਸੇ ਦਾ ਭੈਣ ਭਰਾ ਹੈ, ਕਿਸੇ ਦਾ ਬੱਚਾ ਹੈ, ਕਿਸੇ ਦਾ ਮਾਂ-ਬਾਪ ਹੈ, ਕਿਉਂ ਜਾਵੇ? ਜੇ ਅਸੀਂ ਬਚਾ ਸਕਦੇ ਹਾਂ ਇੱਕ ਹਿਊਮਨ ਲਾਈਫ, ਵਾਈ ਨਾਟ ਵੀ ਵਰਕ ਟੂਵਰਡਸ ਇਟ। ਅਤੇ ਦੂਜਾ ਅਸੀਂ ਕਿਹਾ ਸੀ ਸਟੈਂਡਰਡਾਈਜ਼ ਸਿੰਪਲੀਫਾਈ ਦਾ ਇੰਸਪੈਕਸ਼ਨ ਪ੍ਰੋਸੀਜਰਸ, ਚੈੱਕਲਿਸਟ ਜਿਹੜੇ ਇਹ ਸਾਰੇ ਸੀਗੇ। ਇੱਕ ਪਲੈਨਿੰਗ ਐਨਫੋਰਸ ਦਾ ਪਾਲਿਸੀ ਔਨ ਬਿਲਡਰਸ ਐਜ਼ ਵੈਲ, ਨੋ ਮੋਰ ਡਬਲ ਸਟੈਂਡਰਡ। ਅਸੀਂ ਕਹਿਣਾ ਸਟ੍ਰਿਕਟ ਪਾਲਿਸੀ ਬਣਾਓ ਜਿਹੜੀ ਸਾਰਿਆਂ ਲਈ ਬਰਾਬਰ ਹੋਵੇ। ਇਹ ਨਹੀਂ ਕਿ ਡਿਵੈਲਪਰਸ ਅੰਡਰ ਦੀ ਟੇਬਲ ਸਭ ਕੁਝ ਹੋ ਰਿਹਾ ਤੇ ਜਿਹੜੇ ਹੋਮ ਓਨਰਸ ਆ ਉਹ ਸਟਰਗਲ ਕਰਦੇ ਆ ਛੋਟੀਆਂ ਚੀਜ਼ਾਂ ਵਾਸਤੇ। ਕਿੰਨੇ ਪਰਮਿਟ ਇਸ਼ੂ ਹੋਏ ਆ ਪਿਛਲੇ ਇਸ ਸਾਲ 'ਚ, ਪਿਛਲੇ ਸਾਲ 'ਚ ਕਿਹੜੇ ਕੰਡੀਸ਼ਨਸ ਦੇ ਵਿੱਚ ਵੈਦਰ ਦੇ ਕੁਆਲੀਫਾਈ ਔਰ ਨਾਟ, ਕਿਹੜੀਆਂ ਚੀਜ਼ਾਂ ਚੇਂਜ ਹੋਈਆਂ। ਇੱਕ ਲਾਸਟ ਪੁਆਇੰਟ ਅਸੀਂ ਉਹਨਾਂ ਨੂੰ ਕਿਹਾ ਸੀ ਸਟਾਪ ਦਾ ਟ੍ਰਾਂਸਫਰ ਆਫ ਇੰਪਲੋਇਮੈਂਟ ਲੈਂਡ ਟੂ ਰੈਜ਼ੀਡੈਂਸ਼ੀਅਲ। ਹਾਈਵੇ 7 ਵਿਚ ਇਜ਼ ਕੁਈਨ ਸਟਰੀਟ ਤੇ 50 ਗੋਰ ਦੇ ਕੋਲੇ ਕਾਰਨਰ ਦੇ ਵਿੱਚ 25 ਏਕੜ 3-4 ਸਾਲ ਪਹਿਲਾਂ ਟ੍ਰਾਂਸਫਰ ਹੋਈ ਸੀ, ਜਿਹੜੀ ਕਿ ਪ੍ਰਾਈਮ ਲੈਂਡ ਸੀਗੀ। ਉੱਥੇ ਹੁਣ ਬਿਲਡਰ ਵੇਚ ਰਿਹਾ 8-8 ਲੱਖ 7 ਲੱਖ ਦੇ ਸਟੈਕੇਬਲ ਟਾਊਨ ਹਾਊਸਿਸ। ਉੱਥੇ ਕੋਈ ਇੰਡਸਟਰੀ, ਉੱਥੇ ਕੋਈ ਬਿਜ਼ਨਸ, ਉੱਥੇ ਕੋਈ ਹੱਬ ਆ ਸਕਦਾ ਸੀ ਕਿਉਂਕਿ ਰਾਈਟ ਔਨ ਲਾਈਨ ਸੀ। ਉੱਥੇ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਉਸ ਚੀਜ਼ ਨੂੰ ਡਿਵੈਲਪ ਕੀਤਾ ਜਾ ਸਕਦੀ। ਇਹ ਕਿਹਾ ਜੀ 20 ਸਾਲ ਤੋਂ ਇਹ ਲੈਂਡ ਪਈ ਸੀ ਜੀ, ਇਸ ਲੈਂਡ ਦੇ ਉੱਤੇ ਸਾਡੇ ਕੋਲ ਕੋਈ ਇੰਪਲੋਇਮੈਂਟ ਵਾਲਾ ਪ੍ਰੋਜੈਕਟ ਲੈ ਕੇ ਨਹੀਂ ਆਇਆ। ਇਹਦੇ 'ਚ ਕਿਹਦੀ ਕਮੀ ਹੈ ਜੀ? ਸਾਡੀ ਟੈਕਸਪੇਅਰ ਦੀ, ਜਾਂ ਸਾਨੂੰ ਜਿਹੜੇ ਐਡਮਿਨ ਕਰਦੇ ਨੇ ਜਾਂ ਜਿਹੜੇ ਸਿਟੀ ਚਲਾ ਰਹੇ ਨੇ। ਇਹ ਮੇਰੇ ਖਿਆਲ ਪਿਛਲੀ ਕੌਂਸਲ ਦਾ ਇਹ ਕੰਮ ਹੈ। ਬਟ ਹੈਵਿੰਗ ਸੈਡ ਦੈਟ, ਕਿਤੇ ਨਾ ਕਿਤੇ ਤਾਂ ਗੈਪ ਸੀਗਾ ਨਾ, ਉਹ ਗੈਪ ਪੂਰਾ ਕਰਨ ਦੀ ਥਾਂ ਤੇ ਤੁਸੀਂ ਔਰ ਹਾਈਵੇ 50 ਉਹਦੇ ਨਾਲ ਇੱਕ ਬਲਾਕ ਅੱਗੇ ਚਲੇ ਜਾਓ। ਹਾਈਵੇ 50 ਦੇ ਅਲੋਂਗ ਸਟੀਲ ਤੋਂ ਸ਼ੁਰੂ ਹੋ ਜਾਓ, ਉੱਪਰ ਨੂੰ ਚੱਲ ਪਓ। ਬਿਗ ਬਾਕਸ ਸਟੋਰ ਹਰ ਵਾਰੀ 10-15 ਤੁਸੀਂ 10-15 ਦਿਨ ਮੰਨ ਲਓ 10-15 ਨਵੇਂ ਬਿਗ ਬਾਕਸ ਸਟੋਰ ਖੁੱਲ੍ਹ ਜਾਂਦੇ ਨੇ, ਚਾਹੇ ਉਹ ਵੇਅਰ ਹਾਊਸਿੰਗ ਹੈ, ਚਾਹੇ ਉਹ ਇੰਪਲੋਇਮੈਂਟ ਹੈ, ਚਾਹੇ ਉਹ ਕਾਸਟਕੋ ਹੈ, ਚਾਹੇ ਉਹ ਸਮਾਲ ਪਲਾਜ਼ਾ ਹੈ। ਸਮਥਿੰਗ ਇਜ਼ ਬੀਨ ਬਿਲਟ, ਐਵਰੀਵਨ ਸੀਜ਼। ਸਾਡੀ ਸਿਰਫ ਕੌਂਸਲ ਦੀਆਂ ਅੱਖਾਂ ਬੰਦ ਨੇ ਕਿ ਅਸੀਂ ਇੰਪਲੋਇਮੈਂਟ ਅਪਰਚੁਨਿਟੀ ਬੇਸਿਕਸ ਤਾਂ ਘੱਟ ਦੇ ਦਿਓ। ਜੇ ਹਾਈ ਪੇਡ ਜੌਬ ਨਹੀਂ ਤੁਸੀਂ ਕ੍ਰੀਏਟ ਕਰ ਸਕਦੇ, ਲੋ ਪੇਡ ਹੀ ਕਰ ਦਿਓ। ਐਟਲੀਸਟ ਲੋਕਾਂ ਨੂੰ ਘਰ ਦੇ ਨੇੜੇ ਰੁਜ਼ਗਾਰ ਮਿਲੇਗਾ, ਟ੍ਰੈਫਿਕ ਕੰਜੈਸ਼ਨ ਘਟੇਗਾ, ਲੋਕ ਮੇ ਵੀ ਪਬਲਿਕ ਟ੍ਰਾਂਸਪੋਰਟ ਯੂਜ਼ ਕਰਨਗੇ, ਮੇ ਵੀ ਇਟਸ ਕਮਿਊਟ ਘਟ ਜਾਏਗਾ। ਕਿਤੇ ਨਾ ਕਿਤੇ ਹਰ ਚੀਜ਼ ਦਾ ਫਾਇਦਾ ਤਾਂ ਹੈਗਾ। ਬਟ ਅਨਫੋਰਚੂਨੇਟਲੀ somehow I'm not sure how what else we could do it. Year by year, day by day, we are keep chasing them, we are sending them email. ਤੇ ਉੱਥੇ ਮੈਂ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਕਹਿਣਾ ਵੀ ਤੁਸੀਂ ਥੋੜਾ ਜਿਹਾ ਜਾਗਰਤੀ ਰੱਖੋ। ਜੇ ਤੁਸੀਂ ਆਪਣੇ ਲਈ ਬੋਲੋਗੇ ਸਾਡੇ ਬੱਚੇ ਜ਼ਰੂਰ ਪੁੱਛਣਗੇ ਵੀ ਭਾਈ ਅਸੀਂ ਕੰਮ ਕਿੱਥੇ ਕਰੀਏ, ਰਹੀਏ ਕਿੱਥੇ। It will be a bedroom community to a senior home. ਬੈਡਰੂਮ ਕਮਿਊਨਿਟੀ ਤਾਂ ਅੱਜ ਵੀ ਮੰਨੀ ਜਾਂਦੀ ਹੈ ਬਰੈਂਪਟਨ, ਤੇ ਸੀਨੀਅਰ ਹੋਮ ਬਣ ਜਾਏਗਾ। ਬੱਚਿਆਂ ਨੇ ਸਾਡੇ ਨੇ ਇੱਥੇ ਨਹੀਂ ਰਹਿਣਾ, ਤੇ ਫਿਰ ਅਸੀਂ ਕਹਾਂਗੇ ਸਾਡੇ ਬੱਚੇ ਨਾਲ ਨਹੀਂ ਰਹਿੰਦੇ, ਨਾ ਉੱਥੇ ਕੋਈ ਐਂਟਰਟੇਨਮੈਂਟ, ਨਾ ਇਨਫਰਾਸਟ੍ਰਕਚਰ, ਨਾ ਕੋਈ ਵੱਡਾ। ਇੱਕ ਸਾਡੇ ਕੋਲ ਬ੍ਰੈਮਲੀ ਸਿਟੀ ਸੈਂਟਰ ਹੈ, ਪਲਾਜ਼ਾ, ਵੀ ਡੋਂਟ ਹੈਵ ਐਨੀ ਪਲਾਜ਼ਾ। ਤੇ ਦੂਜਾ ਮੈਂ ਕਹੂੰਗਾ ਵੀ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਵੀ ਬਾਏ ਲੋਕਲ। ਛੋਟੇ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਜ਼ਰੂਰ ਤੁਸੀਂ ਪ੍ਰਮੋਟ ਕਰੋ, ਉਹਨਾਂ ਨੂੰ ਮੌਕਾ ਦਿਓ। ਉਹਨਾਂ ਦੀ ਸਰਵਾਈਵਲ ਬਹੁਤ ਜ਼ਿਆਦਾ ਜ਼ਰੂਰੀ ਹੈ ਪੈਂਡੈਮਿਕ ਕਰਕੇ, ਕਿਉਂਕਿ ਉਹਨਾਂ ਦਾ ਬਿਜ਼ਨਸ ਦੇ ਆਰ ਲੂਜ਼ਿੰਗ ਬਿਜ਼ਨਸ। ਚਾਹੇ ਉਹ ਰੈਸਟੋਰੈਂਟ ਹੈ, ਚਾਹੇ ਕੁਛ ਹੋਰ ਹੈ, ਕਿਤੇ ਵੀ ਜੇ ਤੁਹਾਨੂੰ $1 ਵੱਧ ਦੇਣਾ ਪੈਂਦਾ, ਕੋਸ਼ਿਸ਼ ਕਰੋ ਬਾਏ ਲੋਕਲ, ਅਤੇ ਲੋਕਲ ਐਂਟਰਪ੍ਰੀਨਰਸ ਨੂੰ ਮੌਕਾ ਦਿਓ। ਉਹਨਾਂ ਦੀ ਸਰਵਾਈਵਲ ਦੀ ਅੱਜ ਉਹਨਾਂ ਨੂੰ ਤੁਹਾਡੀ ਲੋੜ ਹੈ, ਤੇ ਕੱਲ੍ਹ ਨੂੰ ਹੋ ਸਕਦਾ ਉਹ ਤੁਹਾਨੂੰ ਗਿਵ ਬੈਕ ਕਰਨ। ਸਿਟੀ ਵੀ ਇਸ ਕੰਮ ਦੇ ਵਿੱਚ ਸਪੋਰਟ ਕਰ ਸਕਦੀ ਹੈ। ਕੋਈ ਔਨਲਾਈਨ ਇਹੋ ਜਿਹੀ ਵੈਬਸਾਈਟ ਬਣਾ ਕੇ ਜਿਹਦੇ ਉੱਤੇ ਸਾਰੇ ਲੋਕਲ ਜਿਹੜੇ ਕਿ ਕਹਿ ਲਓ ਕਿ ਵੈਂਡਰਸ ਨੇ, ਰਾਈਟ, ਉਹ ਆਪਣਾ ਜੋ ਵੀ ਉਹਨਾਂ ਦਾ ਹੈਗਾ ਉਸ ਨੂੰ ਲਿਸਟ ਕਰ ਸਕਦੇ। ਅਤੇ ਖਾਲੀ ਉਹ ਲਾਈਕ ਪੀਲ ਰੀਜਨ ਦਾ ਹੀ ਹੋਵੇ, ਰਾਈਟ, ਉਸ ਤੋਂ ਬਾਅਦ ਟੋਰਾਂਟੋ ਦਾ ਹੋ ਜਾਵੇ। ਐਟਲੀਸਟ GTA ਦੇ ਲੈਵਲ ਦੀ ਇੱਕ ਇਸ ਤਰ੍ਹਾਂ ਵੈਬਸਾਈਟ ਜ਼ਰੂਰ ਹੋਵੇ ਜਿਹਦੇ ਉੱਤੇ ਖਾਲੀ ਇੱਥੋਂ ਦੇ ਜਿਹੜੇ ਵੈਂਡਰਸ ਨੇ ਉਹ ਆਪਣਾ ਲਿਸਟ ਕਰ ਸਕਣ। ਅਤੇ ਅਸੀਂ ਕਿਉਂਕਿ ਜੋਤਵਿੰਦਰ ਜੀ, ਨੋ ਡਾਊਟ ਅਸੀਂ ਚਾਹੁੰਦੇ ਹਾਂ ਕਿ ਅਸੀਂ ਲੋਕਲ ਵੈਂਡਰਸ ਨੂੰ ਸਪੋਰਟ ਕਰੀਏ, ਪਰ ਜੇ ਮੈਂ ਆਪਣੇ ਲੈਵਲ 'ਤੇ ਦੇਖਾਂ ਤਾਂ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੋਂ ਲਈਏ, ਕਿਹੜੇ ਨੇ ਇੱਥੇ ਹੈਗੇ। ਸੋ ਉਹ ਇੱਕ ਪਲੇਟਫਾਰਮ ਲਿਆਉਣ ਦੀ ਬਹੁਤ ਜ਼ਰੂਰਤ ਆ ਕਿ ਐਟਲੀਸਟ ਸਾਰੇ ਵੈਂਡਰਸ ਮਿਲ ਕੇ ਕੁਛ ਇੱਦਾਂ ਦੀ ਵੈਬਸਾਈਟ ਬਣਾ ਲੈਣ ਅਤੇ ਉਹਨੂੰ ਹੀ ਪ੍ਰਮੋਟ ਕਰ ਲੈਣ, ਜੇ ਸਿਟੀ ਨਹੀਂ ਕਰ ਰਹੀ ਤਾਂ। ਬਿਲਕੁਲ ਉਹ ਜ਼ਰੂਰੀ ਹੈ। ਲੋਕਲ ਵੈਂਡਰਸ, ਚਾਹੇ ਉਹ ਰੈਸਟੋਰੈਂਟ ਇੰਡਸਟਰੀ ਹੈ, ਚਾਹੇ ਹੋਰ ਸਰਵਿਸਿਜ਼ ਨੇ, ਰਾਈਟ, ਸਮਾਲ ਸਰਵਿਸਿਜ਼, ਦੇ ਆਰ ਇਨ ਅ ਬਿਗ ਡੀਪ ਟਰਬਲ। ਤੇ ਜੇ ਉਹ ਬੈਂਕਰਪਟ ਹੋ ਜਾਂਦੇ ਨੇ, ਸਾਡੀ ਇਕਨੋਮੀ ਤੇ ਵੀ, ਸਾਡੇ ਸਿਸਟਮ ਤੇ, ਸਾਰੇ ਤੇ ਫਰਕ ਪੈਣਾ। ਤੇ ਉਹ ਸਾਡੇ ਭੈਣ ਭਰਾ ਹੀ ਨੇ, ਕੋਈ ਬਾਹਰੋਂ ਤਾਂ ਆਏ ਨਹੀਂ ਹੈਗੇ, ਸਾਰੇ ਆਪਣੇ ਹੀ ਨੇ। ਸੋ ਅਸੀਂ ਜਿਹੜੀ ਇਹ ਸਾਰੀਆਂ ਮੰਗਾਂ ਜਿਹੜੀਆਂ ਵੀ ਅਸੀਂ ਲੈ ਕੇ ਜਾਂਦੇ ਹਾਂ, ਚਾਹੇ ਉਹ ਸੇਫਟੀ ਦੀਆਂ, ਚਾਹੇ ਇਹ ਨੇ, ਚਾਹੇ ਹੋਰ ਨੇ, ਚਾਹੇ ਟੈਰੀਓਨ ਦੀਆਂ ਨੇ, ਉਹ ਮਕਸਦ ਸਾਡਾ ਇਹੀ ਹੈ ਕਿ ਅਸੀਂ ਹਾਈਲਾਈਟ ਕਰੀਏ ਗੈਪਸ। ਸਾਡਾ ਮਕਸਦ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰਨਾ, ਉਹਨਾਂ ਨੂੰ ਰਿਜ਼ੋਲਵ ਕਰਨਾ। ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਪਾਲਿਸੀਜ਼, ਉਹਨਾਂ ਨੂੰ ਇਹਦੇ 'ਤੇ ਕੰਮ ਕਰਨ ਦੀ ਲੋੜ ਹੈ। ਅਤੇ ਜਦੋਂ ਤੁਸੀਂ ਘਰੇ ਬੁਲਾਉਂਦੇ ਹੋ, ਕਿਤੇ ਪਾਰਟੀ 'ਤੇ ਮਿਲਦੇ ਹੋ,
ਜ਼ਰੂਰ ਸਵਾਲ ਪੁੱਛਿਆ ਕਰੋ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ। ਯਾ ਬਿਲਕੁਲ ਜੀ, ਬਟਰਿੰਗ ਕਰਨ ਦੀ ਤਾਂ ਹੁਣ ਉਹ ਟਾਈਮ ਨਹੀਂ ਰਿਹਾ ਹੈਗਾ। ਵੀ ਆਲ ਆਰ ਕੰਸਰਨ ਕਿ ਸਾਡੇ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਚੁਣਿਆ ਆ, ਆਖਿਰ ਉਹ ਸਾਡੇ ਇਸ ਕਮਿਊਨਿਟੀ ਵਾਸਤੇ ਕਰ ਕੀ ਰਹੇ ਨੇ। ਤੁਹਾਡੇ ਮੁੱਦੇ ਜਿਹੜੇ ਤੁਸੀਂ ਜੋਤਵਿੰਦਰ ਜੀ ਚੁੱਕੇ ਨੇ ਬਹੁਤ ਹੀ ਵੈਲਿਡ ਨੇ, ਬਹੁਤ ਹੀ ਸੋਲਿਡ ਨੇ। ਅਤੇ ਆਹ ਤਾਂ ਮੈਨੂੰ ਸਭ ਤੋਂ ਹੀ ਕਹਿ ਲਓ ਕਿ ਕਾਫੀ ਚੀਜ਼ ਹਰਟ ਹੋਈ ਆ ਕਿ ਜਿਹੜੀ ਜਿੱਥੇ ਆਪਣਾ ਬਿਜ਼ਨਸ ਖੁੱਲ੍ਹ ਸਕਦੇ ਸੀ ਉੱਥੇ ਹੁਣ ਘਰ ਬਣੀ ਜਾਂਦੇ ਆ। ਅਤੇ ਉਹ ਅਲਟੀਮੇਟਲੀ ਫਾਇਦਾ ਤੇ ਉਹ ਕਹਿ ਲਓ ਕਿ ਇਹਨਾਂ ਦਾ ਹੀ ਹੋ ਰਿਹਾ, ਜਿਹੜੇ ਬਣਾ ਰਹੇ ਡਿਵੈਲਪਰ ਜੀ, ਬਿਲਕੁਲ ਬਿਲਕੁਲ ਹੋ ਰਿਹਾ ਕਿ ਉੱਥੇ 8-9 ਲੱਖ ਦੇ ਉੱਥੇ ਉਹ ਘਰ ਵੇਚੀ ਜਾਂਦੇ ਆ। ਅਤੇ ਜਦ ਕਿ ਉਹ ਚੀਜ਼ ਨੂੰ ਐਜ਼ ਅ ਬਿਜ਼ਨਸ ਵੀ ਪ੍ਰਮੋਟ ਕੀਤਾ ਜਾ ਸਕਦਾ ਸੀ। ਲੋਕੀ ਉੱਥੇ ਕੋਈ ਨਾ ਕੋਈ ਵੇਅਰ ਹਾਊਸ ਖੋਲ੍ਹਿਆ ਜਾ ਸਕਦਾ ਸੀ, ਉੱਥੇ ਜੌਬਸ ਅਪਰਚੁਨਿਟੀਜ਼ ਕ੍ਰੀਏਟ ਕੀਤੀਆਂ ਜਾ ਸਕਦੀਆਂ ਸੀਗੀਆਂ, ਰਾਈਟ। ਸੋ ਆਈ ਡੋਂਟ ਨੋ ਕਿ ਇਹਨਾਂ ਚੀਜ਼ਾਂ ਵੱਲ ਕਦੋਂ ਧਿਆਨ ਜਾਊਗਾ। ਅਤੇ ਤੁਹਾਡੀ ਜਿਹੜੀ ਕਹਿ ਲਓ ਕਿ ਫਿਊਚਰ ਸੋਚ ਹੈ, ਇੱਕ ਤਰ੍ਹਾਂ ਨਾਲ ਮੈਂ ਇਹਨੂੰ ਅਗਾਊਂ ਸੋਚ ਹੀ ਕਹੂੰਗੀ ਕਿ ਤੁਸੀਂ ਇਸ ਨੂੰ ਇਸ ਹੱਦ ਤੱਕ ਸੋਚ ਰਹੇ ਹੋ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੇ ਇੱਥੇ ਸਾਡੇ ਨਾਲ ਨਹੀਂ ਰਹਿਣਾ। ਜਦੋਂ ਉਹਨਾਂ ਨੂੰ ਇੱਥੋਂ ਉਹ ਫੈਸਿਲਿਟੀ ਜਦੋਂ ਉਹ ਕੰਪੇਅਰ ਕਰਨਗੇ, ਰਾਈਟ, ਟੋਰਾਂਟੋ ਨਾਲ, ਆਪਣੇ ਆਪ ਨਾਲ, ਮਿਸੀਸਾਗਾ ਨਾਲ, ਉਹ ਕਹਿਣਗੇ ਕਿ ਬਰੈਂਪਟਨ 'ਚ ਹੈ ਕੀ, ਇੱਥੇ ਕਾਹਦੇ ਵਾਸਤੇ ਰਹਿਣਾ ਆ, ਰਾਈਟ। ਤਾਂ ਨੈਚੁਰਲੀ ਉਹਨਾਂ ਨੇ ਇੱਥੋਂ ਮੂਵ ਔਨ ਹੋ ਜਾਣਾ ਆ। ਸੋ ਇਹ ਚੀਜ਼ 'ਤੇ ਸੋਚਣ ਦੀ ਲੋੜ ਆ, ਇਹ 'ਤੇ ਤਵੱਜੋ ਦੇਣ ਦੀ ਲੋੜ ਆ ਕਿ ਆਖਿਰ ਸਾਡੇ ਬਰੈਂਪਟਨ ਦੇ ਨਾਲ ਇੱਦਾਂ ਕਿਉਂ ਹੋ ਰਿਹਾ ਆ। ਜੀ ਬਿਲਕੁਲ, ਕਿਸਾਨਾਂ ਦੀ ਰਹਿ ਗਈ ਆਪਣੀ ਥੋੜ੍ਹੀ ਜਿਹੀ ਗੱਲ। ਹਾਂਜੀ, ਅਤੇ ਉਹ ਕਿਉਂਕਿ ਉਹ ਥੋੜ੍ਹਾ ਜਿਹਾ ਸੀਗਾ, ਮੈਂ ਅੱਜ ਨਿਊਜ਼ ਪੜ੍ਹੀ ਸੀਗੀ ਕਿ ਮੇਅਰ ਪੈਟਰਿਕ ਬਰਾਊਨ ਨੇ ਕੁਝ ਸਾਡੇ ਕਹਿ ਲਓ ਕਿ ਇਸ ਜਿਹੜੇ ਕਿਸਾਨਾਂ ਦਾ ਆਰਡੀਨੈਂਸ ਜਿਹੜਾ ਜਾਰੀ ਹੋਇਆ ਆ ਉਹਦੀ ਸਪੋਰਟ ਦੇ ਵਿੱਚ, ਕਿਸਾਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਨੇ ਵੀ ਕੁਝ ਕਿਹਾ ਆ। ਈਵਨ ਦੋ ਟਰੰਪ ਨੇ ਵੀ ਇਹਨੂੰ ਕਿਹਾ ਆ, ਜਸਟੀਫਾਈ ਹੀ ਕੀਤਾ ਆ ਕਿ ਐਂਡ ਜਸਟਿਨ ਟਰੂਡੋ ਹੋਰਾਂ ਨੇ ਵੀ ਇਹਨੂੰ ਇਹੀ ਕਿਹਾ ਆ ਕਿ ਹਾਂ ਇਹ ਚੀਜ਼ ਜਿਹੜੀ ਹੈਗੀ ਆ ਕਿ ਜ਼ਿਆਦਾ ਬੈਨੀਫਿਟ ਨਹੀਂ ਦੇਣ ਵਾਲੀ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਆ ਕਿ ਇਹ ਚੀਜ਼ ਉਹਨਾਂ ਦੇ ਕੰਟਰੀਆਂ ਦੇ ਵਿੱਚ ਆਲਰੇਡੀ ਹੋ ਚੁੱਕੀ ਆ ਅਤੇ ਉੱਥੋਂ ਇਹ ਕਹਿ ਲਓ ਕਿ ਅਨਸਕਸੈਸਫੁਲ ਰਹੇ ਨੇ। ਤੁਸੀਂ ਥੋੜ੍ਹਾ ਜਿਹਾ ਇਹਨੂੰ ਡਿਟੇਲ 'ਚ ਹੋਰ ਸਮਝਾ ਦਿਓ। ਬਿਲਕੁਲ, ਅਸੀਂ ਪੈਟਰਿਕ ਬਰਾਊਨ ਉਹਨਾਂ ਦਾ ਅਤੇ ਸਿਟੀ ਕੌਂਸਲ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਘੱਟੋ ਘੱਟ ਸਿੰਬੋਲਿਕਲੀ ਹਾਂ ਦਾ ਨਾਅਰਾ ਮਾਰਿਆ, ਪਰ ਸਵਾਦ ਉਦੋਂ ਆਊਗਾ, ਉਹਦਾ ਇੰਪੈਕਟਫੁਲ ਤਾਂ ਹੋਏਗੀ ਜਦੋਂ ਸਾਡੀ ਜਿਹੜੀ ਫੈਡਰਲ ਸਰਕਾਰ ਹੈ, ਹਾਂ, ਕਿਉਂਕਿ ਸਰਕਾਰ ਨਾਲ ਸਰਕਾਰ ਦੀ ਰਾਬਤਾ ਹੁੰਦਾ। ਸਿਟੀ ਦੇ ਨੁਮਾਇੰਦਿਆਂ ਨੇ ਠੀਕ ਹੈ ਸਾਡੇ ਪੰਜਾਬੀਆਂ ਨੂੰ ਜਾਂ ਵੋਟ ਬੈਂਕ ਨੂੰ ਖੁਸ਼ ਕਰਨ ਵਾਸਤੇ ਦੇ ਹੈਵ ਟੁਕ ਏ ਗੁੱਡ ਸਟੈਪ, ਗੁੱਡ ਜੈਸਚਰ, ਉਹਦਾ ਧੰਨਵਾਦ ਹੈ। ਜਦੋਂ ਸਾਡਾ ਐਗਰੀਕਲਚਰ ਮਿਨਿਸਟਰ ਕੈਨੇਡਾ ਦਾ, ਜਦੋਂ ਸਾਡਾ ਪ੍ਰਾਈਮ ਮਿਨਿਸਟਰ ਆਫਿਸ ਜਾਂ ਸਾਡੇ ਹੋਰ ਜਿਹੜੇ ਇੰਪੈਕਟਫੁਲ ਮਿਨਿਸਟਰੀਜ਼ ਹੈ ਜਾਂ ਸਾਡਾ ਜਿਹੜਾ ਐਂਬੈਸਡਰਸ ਹੈ, ਇਹ ਲੋਕ ਜਦੋਂ ਆਵਾਜ਼ ਜਿਹੜੀ ਹੈ ਉੱਥੇ ਤੱਕ ਪਹੁੰਚਾਉਣਗੇ, ਮੈਸੇਜ ਪਹੁੰਚਾਉਣਗੇ। ਦੇਖੋ ਡਿਪਲੋਮੈਟਿਕ ਮੈਸੇਜ ਦੇਣੇ ਹੁੰਦੇ ਇਹਨਾਂ ਨੇ, ਕਿਹੜਾ ਲੜਨਾ ਉੱਥੇ, ਕੋਈ ਜਿੰਦਾਬਾਦ ਮੁਰਦਾਬਾਦ ਨਹੀਂ ਕਰਨਾ। ਤੁਸੀਂ ਲਿਖਣਾ, ਇੱਕ ਸਟੇਟਮੈਂਟ ਦੇਣੀ, ਟਵੀਟ ਕਰਨਾ, ਇਹ ਹੈਲਪ ਕਰਦੇ ਨੇ। ਸੋ ਉਹ ਕਰਨਗੇ। ਅਤੇ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਉਹ ਯੂਰਪ ਹੈ, ਚਾਹੇ ਉਹ ਅਮਰੀਕਾ ਕੈਨੇਡਾ ਹੈ, ਉੱਥੇ ਜਿਹੜੀ ਹੈ ਖੇਤੀ ਫੇਲ ਹੋਈ ਹੈ ਜਿਹੜੀ ਇਹਨਾਂ ਨੇ। ਦੂਜੀ ਗੱਲ, ਬਿਹਾਰ ਤੋਂ ਮਜ਼ਦੂਰ ਜਿਹੜੇ ਉਹ ਆਪ ਜ਼ਮੀਨਾਂ ਦੇ ਮਾਲਕ ਨੇ, ਪੰਜਾਬ 'ਚ ਮਜ਼ਦੂਰੀ ਕਰਨ ਆਉਂਦੇ ਨੇ। ਹਾਂਜੀ, ਕਿ ਜਿਹੜੇ ਸਰਕਾਰ ਦਾ ਜਿਹੜਾ ਵਟ ਵੀ ਅੰਡਰਸਟੈਂਡ ਫਰੋਮ ਦਿਸ ਹੋਲ ਪ੍ਰੋਸੈਸ, ਕਿ ਉਹ ਚਾਹੁੰਦੇ ਨੇ ਕਿ ਅਸੀਂ ਜਿਹੜੀ ਹੈ ਨਾ ਪਿੰਡਾਂ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਕੱਢ ਕੇ, ਜਿਹੜੇ ਬੰਦੇ ਆਪਣਾ ਵੀ ਪੇਟ ਭਰਦੇ ਨੇ, ਕਿਸਾਨ ਆਪਣੇ ਪਰਿਵਾਰ ਦਾ, ਬੱਚਿਆਂ ਦਾ, ਵਾਈਫ ਦਾ, ਫੈਮਿਲੀ ਦਾ, ਔਨ ਟਾਪ ਆਫ ਇਟ ਇੰਪਲੋਇਮੈਂਟ ਦਿੰਦੇ ਨੇ। ਚਾਹੇ ਉਹ ਬਿਹਾਰ ਤੋਂ, ਯੂਪੀ ਤੋਂ ਲੇਬਰ ਆ ਰਹੀ ਹੈ, ਚਾਹੇ ਸਾਡੇ ਪੰਜਾਬੀ ਉਹਨਾਂ ਦੇ ਖੇਤਾਂ 'ਚ ਕੰਮ ਕਰ ਰਹੇ ਨੇ। ਸੋ ਇੰਪਲੋਇਮੈਂਟ ਵੀ ਦੇ ਰਹੇ ਆ ਲੋਕਾਂ ਨੂੰ, ਫਿਰ ਖੁਸ਼ਹਾਲੀ ਨਾਲ ਰਹਿ ਵੀ ਰਹੇ ਆ। ਅਤੇ ਉਹਨਾਂ ਨੂੰ ਤੁਸੀਂ ਕੱਢ ਕੇ ਸ਼ਹਿਰਾਂ 'ਚ ਲਿਆ ਕੇ ਉਹਨਾਂ ਨੂੰ ਮਜ਼ਦੂਰੀ ਵਾਸਤੇ ਜਾਂ ਕੰਮਾਂ 'ਚ ਜਾਂ ਟੈਕਨੀਕਲ ਉਧਰ ਨੂੰ ਲੈ ਕੇ ਆ ਰਹੇ ਹੋ। ਕਿ ਤੁਸੀਂ ਜਿਹੜੇ ਸ਼ਹਿਰ ਦੇ ਵਿੱਚ ਪੜ੍ਹੇ ਲਿਖੇ ਲੋਕ ਰੁਜ਼ਗਾਰ ਪੂਰਾ ਮੁਹੱਈਆ ਕਰਾਤਾ ਉਹਨਾਂ ਨੂੰ, ਕਿ ਉਹਨਾਂ ਨੂੰ ਇਨਫਰਾਸਟਰਕਚਰ ਜਾਂ ਜੋ ਉਹਨਾਂ ਦੀਆਂ ਰਿਕੁਆਇਰਮੈਂਟਸ ਸੀਗੀਆਂ ਪੂਰੀਆਂ ਕਰਤੀਆਂ। ਜੇ ਤਾਂ ਤੁਹਾਡੇ ਕੋਲ ਲੇਬਰ ਦੀ ਕਮੀ ਹੈ, ਫਿਰ ਤਾਂ ਤੁਸੀਂ ਇਹ ਪ੍ਰੋਸੈਸ ਕਿਤੇ ਸੋਚਿਆ ਜਾ ਸਕਦਾ, ਅੰਡਰਸਟੈਂਡ ਕੀਤਾ ਜਾ ਸਕਦਾ। ਪਰ ਤੁਸੀਂ ਤਾਂ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਵਧੀ ਵੀ ਹੈ, ਪੜ੍ਹੇ ਲਿਖੇ ਲੋਕ ਵਿਚਾਰੇ ਰੁਜ਼ਗਾਰ ਨਹੀਂ ਮਿਲ ਰਿਹਾ। ਟੈਕਨੀਕਲ ਇੰਡਸਟਰੀ ਬਿਜ਼ਨਸਿਸ ਕਾਫੀ ਪਿੱਛੇ ਚਲੇ ਗਏ ਪਿਛਲੇ ਕੁਝ ਸਮੇਂ ਦੇ ਵਿੱਚ। ਅਪਾਰਟ ਫਰੋਮ ਪਾਰਟੀ ਪੋਲੀਟਿਕਸ, ਆਈ ਐਮ ਨਾਟ ਗੋਇੰਗ ਇਨ ਪਾਰਟੀ ਪੋਲੀਟਿਕਸ। ਜਿੱਥੇ ਚੰਗਾ ਕੰਮ ਹੋਇਆ ਉੱਥੇ ਸਾਨੂੰ ਐਪਰੀਸ਼ੀਏਟ ਕਰਨਾ ਸਾਡੀ ਡਿਊਟੀ ਵੀ ਹੈ, ਸਾਡਾ ਬਣਦਾ ਵੀ ਹੈ। ਜਿੱਥੇ ਮੇਅਰ ਬਰੈਂਪਟਨ 'ਚ ਲਾ ਲਓ, ਚਾਹੇ ਸਾਡੇ ਫੈਡਰਲੀ ਸਾਡੇ ਲੀਡਰਸ਼ਿਪ ਹੈ, ਚਾਹੇ ਪ੍ਰੋਵਿੰਸ਼ਲੀ ਹੈ, ਜਿੱਥੇ ਚੰਗਾ ਕੰਮ ਕਰਦੇ ਅਸੀਂ ਐਪਰੀਸ਼ੀਏਟ ਕਰਦੇ ਹਾਂ, ਅਪਾਰਟ ਫਰੋਮ ਪਾਰਟੀ ਪੋਲੀਟਿਕਸ। ਜਿੱਥੇ ਕਿਤੇ ਗੈਪ ਹੈ ਉੱਥੇ ਅਸੀਂ ਹਾਈਲਾਈਟ ਜ਼ਰੂਰ ਕਰਦੇ ਹਾਂ। ਉਹਨੂੰ ਪਰਸਨਲ ਲੈਣਾ ਤੁਹਾਡੀ ਮਰਜ਼ੀ ਹੈ, ਅਸੀਂ ਨਹੀਂ ਰੋਕਦੇ, ਲੈ ਲਓ, ਪਰ ਅਸੀਂ ਕਹਿੰਦੇ ਰਹਿਣਾ। ਸਾਡੀ ਜਿਹੜੀ ਗੱਲ ਹੈ ਵੀ ਇਹ ਗੋਇੰਗ ਬੈਕ ਟੂ ਪੰਜਾਬ, ਇੰਡੀਆ, ਸਰਕਾਰ ਨੂੰ ਦੁਬਾਰਾ ਇਸ ਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ ਅਤੇ ਉਹਨਾਂ ਨੂੰ ਜਿਹੜੀ MSP ਦੇਣ ਦੀ ਲੋੜ ਹੈ ਅਤੇ ਉਹਨਾਂ ਨੂੰ ਭਰੋਸੇ 'ਚ ਲਓ। ਮੇਰੇ ਲਈ ਕੋਈ ਚੰਗਾ ਕੰਮ ਕਰਨਾ, ਮੈਨੂੰ ਘੱਟੋ ਘੱਟ ਕੌਨਫੀਡੈਂਸ ਤਾਂ ਲੈ ਲਓ।
ਸਾਰੇ ਦੇ ਸਾਰੇ ਕ੍ਰਾਸ ਦ ਬੋਰਡ ਕਿਸਾਨ, ਚਾਹੇ ਪੰਜਾਬ ਦੇ ਆ, ਹਰਿਆਣੇ ਦੇ ਆ, ਕੁਛ ਪੋਰਸ਼ਨ ਯੂਪੀ ਦਾ ਜਾਂ ਕੁਛ ਰਾਜਸਥਾਨ ਦਾ ਤੇ ਮੱਧ ਪ੍ਰਦੇਸ਼ ਦਾ, ਉਹ ਸਾਰੇ ਇਸ ਚੀਜ਼ ਦੇ ਖਿਲਾਫ ਨੇ। ਹਾਂਜੀ ਬਿਲਕੁਲ। ਤੇ ਮੇਰੇ ਖਿਆਲ ਗੱਲਬਾਤ ਵੀ ਕੋਈ ਸਰਕਾਰ ਨਾਲ ਸਿਰੇ ਨਹੀਂ ਚੜੀ, ਕਿਉਂਕਿ ਸੈਕਟਰੀ ਲੈਵਲ ਦਾ ਕੋਈ ਬੰਦਾ ਆਇਆ ਸੀ ਤੇ ਇਟ ਵਾਜ਼ ਨਾਟ ਇੰਪੈਕਟਫੁਲ। ਇਹ ਕਿਸਾਨੋਂ ਪਹਿਲੇ ਵਾਲਾ ਨਹੀਂ ਹੈਗਾ ਕਿ ਵੀ ਜੇ ਕਿਸੇ ਲੀਡਰ ਨੇ, ਜਿਹੜਾ ਲੀਡਰ ਕੋਈ ਧਰੋ ਕਰਦਾ ਉਹਨੂੰ ਬਾਹਰ ਕੱਢ ਦਿੰਦੇ ਨੇ, ਵਿਚ ਇਜ਼ ਗੁੱਡ। ਮੇਕ ਦ ਡਿਸਿਪਲਿਨ, ਪੋਲੀਟੀਸ਼ੀਅਨਸ ਨੂੰ ਮੂਹਰੇ ਲਾ ਕੇ ਰੱਖੋ, ਆਪਣੇ ਝੰਡੇ ਦੇ ਡੰਡੇ ਦੇ ਥੱਲੇ ਰੱਖੋ, ਉਹਨਾਂ ਨੂੰ ਤੁਸੀਂ ਪਾਵਰਸ ਨਾ ਦਿਓ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ, ਡਜ਼ਨਟ ਮੈਟਰ, ਤਾਂ ਹੀ ਤੁਹਾਡੀ ਜਿੱਤ ਹੋਏਗੀ। ਬੜੇ ਪੜ੍ਹੇ ਲਿਖੇ ਸੂਝਵਾਨ ਲੋਕ ਗਏ ਸੀ ਉਸ ਮੀਟਿੰਗ ਦੇ ਵਿੱਚ, ਤੇ ਉਹ ਜਿਹੜਾ ਖੇਤੀ ਸੈਕਟਰੀ ਆ ਉਹਨੂੰ ਪਤਾ ਹੀ ਨਹੀਂ, ਉਹ ਆਇਆ ਹੀ ਨਹੀਂ, ਜਿਹੜਾ ਮਿਨਿਸਟਰ ਦਾ ਆਇਆ ਨਹੀਂਗਾ, ਜਿਹੜਾ ਖੇਤੀ ਦਾ ਜਿਹੜਾ ਇਹਨਾਂ ਦਾ ਐਗਰੀਕਲਚਰ ਸੈਕਟਰੀ ਆ ਉਹਨੂੰ ਕੀ ਪਤਾ ਖੇਤੀ ਕੀ ਹੋ ਰਹੀ ਹੈ ਕੀ ਨਹੀਂ ਹੋ ਰਿਹਾ, ਉਹਨੂੰ ਇਸ ਚੀਜ਼ ਦੀ ਬੈਕਗਰਾਉਂਡ ਨਹੀਂ ਪਤਾ, ਅਥਾਰਟੀ ਨਹੀਂ ਹੈਗੀ ਉਹਦੇ ਕੋਲ। ਮੈਂ ਜੋ ਇਸ ਆਰਡੀਨੈਂਸ ਦੇ ਬਾਰੇ ਜੋਤਵਿੰਦਰ ਜੀ ਪੜ੍ਹ ਰਹੀ ਸੀ ਤਾਂ ਇਹ ਜਿਹੜੇ ਇਹ ਬਿੱਲ ਬਣਾਉਣ ਵਾਲੇ ਨੇ ਉਹਨਾਂ ਦੀ ਜੇ ਆਪਾਂ ਪੜ੍ਹੀਏ ਹਿਸਟਰੀ ਤੇ ਉਹ ਤੇ ਖੇਤੀ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਕਿਤੇ। ਉਹ ਤੇ ਗਮਲਿਆਂ ਵਿੱਚ ਪੁਦੀਨੇ ਉਗਾਉਣ ਵਾਲੇ ਬੰਦੇ ਨੇ, ਗਮਲਿਆਂ 'ਚ ਗਾਜਰਾਂ ਉਗਾਉਣ ਵਾਲੇ ਬੰਦੇ ਨੇ, ਉਹਨਾਂ ਨੂੰ ਕੀ ਪਤਾ ਕਿ ਖੇਤੀ ਕੀ ਹੁੰਦੀ ਹੈ, ਕਣਕ ਝੋਨਾ ਕਿਵੇਂ ਗਮਲਿਆਂ 'ਚ ਲੱਗਦੀ ਹੈ। ਤੁਹਾਡੀ ਬਿਲਕੁਲ ਐਬਸੋਲੂਟਲੀ ਰਾਈਟ। ਜਿਹੜੇ ਗਮਲਿਆਂ 'ਚ ਖੇਤੀ ਕਰਦੇ ਨੇ ਉਹ ਸਿੱਖਿਆ ਦੇ ਰਹੇ ਨੇ ਵੀ ਇਹ ਆਰਡੀਨੈਂਸ ਬਹੁਤ ਵਧੀਆ ਹੈ। ਇਟਸ ਸ਼ੇਮਫੁਲ ਫॉर them ਟੂ। ਤੁਸੀਂ ਐਟਲੀਸਟ ਕੋਈ ਵੀ ਆਰਡੀਨੈਂਸ ਜਾਰੀ ਕਰਨਾ, ਤੁਸੀਂ ਐਟਲੀਸਟ ਗਰਾਊਂਡ ਲੈਵਲ ਤੇ ਆ ਕੇ ਉਸ ਬੰਦੇ ਨੂੰ ਪੁੱਛੋ, ਉਹਨੂੰ ਮਿਲੋ, ਉਹਦੀਆਂ ਮਜਬੂਰੀਆਂ, ਉਹਦੀਆਂ ਮੁਸ਼ਕਲਾਂ ਆਉਂਦੀਆਂ ਨੇ, ਉਹਨਾਂ ਨੂੰ ਸੋਚੋ, ਸਮਝੋ, ਦੇਖੋ ਤੇ ਫਿਰ ਹੀ ਆਰਡੀਨੈਂਸ ਬਣਾਓ। ਰਾਈਟ? ਤੁਹਾਨੂੰ ਕੀ ਪਤਾ ਵੀ ਕਣਕ ਖੇਤਾਂ 'ਚ ਲੱਗਦੀ ਹੈ ਕਿ ਦਰਖਤਾਂ ਤੇ ਉੱਗਦੀ ਹੈ? ਯੂ ਡੋਨਟ ਨੋ ਦੈਟ। ਐਂਡ ਸੈਕੰਡਲੀ ਇਹ ਹੋ ਸਕਦਾ ਕਿਸੇ ਕਾਰਪੋਰੇਟ ਘਰਾਣਿਆਂ ਨੇ ਬਣਾ ਕੇ ਦਿੱਤਾ ਹੋਵੇ ਇਹਨਾਂ ਨੂੰ, ਪੂਰੀ ਪ੍ਰਪੋਜ਼ਲ ਪੜ੍ਹਤਾ, ਉੱਥੇ ਜਾ ਕੇ ਪੜ੍ਹਤਾ ਲੋਕ, ਕਿਉਂਕਿ ਆਮ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ, ਆਮ ਲੋਕਾਂ ਦੀ ਰਾਏ ਨਹੀਂ ਲਏਗੀ। ਜਿਹੜੇ ਫਾਰਮਰ ਇੰਪੈਕਟਫੁਲ ਆ ਉਹ ਤੁਹਾਡੀ ਚੀਜ਼ ਨੂੰ ਬਾਏ ਨਹੀਂ ਕਰ ਰਹੇ, ਦੈਟ ਮੀਨ ਦੇयर ਇਜ਼ ਅ ਗੈਪ। ਸੋ ਉਹਨਾਂ ਨੂੰ ਤੁਸੀਂ ਬੇਰੁਜ਼ਗਾਰ ਨਾ ਕਰੋ, ਉਹਨਾਂ ਨੂੰ ਤੁਸੀਂ ਮਜ਼ਦੂਰੀ ਵੱਲ ਨਾ ਧੱਕੋ। ਇਹ ਇੱਕ ਗੈਰਤਮੰਦ ਕੌਮ ਹੈ ਪੰਜਾਬੀ, ਤੇ ਫਾਰਮਰਸ ਵੈਸੇ ਵੀ ਇਨ ਜਨਰਲ ਓਵਰਆਲ ਗੈਰਤਮੰਦ ਕੌਮ ਹੈ। ਉਹਨੂੰ ਗੈਰਤਮੰਦ ਨੂੰ ਆਪਣੀ ਗੈਰਤ ਨਾਲ ਰੋਟੀ ਖਾਣ ਦਿਓ ਤੇ ਉਹਨਾਂ ਨੂੰ ਬੇਘਰ ਨਾ ਕਰੋ। ਜੋਤਵਿੰਦਰ ਜੀ, ਵੀ ਆਰ ਸੋ ਥੈਂਕਫੁਲ, ਸੋ ਪ੍ਰਾਊਡ ਕਿ ਆਪਾਂ ਇਸ ਕੰਟਰੀ 'ਚ ਬੈਠੇ ਹਾਂ ਜਿੱਥੇ ਕੋਈ ਵੀ ਛੋਟੇ ਤੋਂ ਛੋਟਾ ਆਰਡੀਨੈਂਸ ਵੀ ਪਾਸ ਹੋਣ ਲੱਗੇ, ਪਬਲਿਕ ਰਿਵਿਊ, ਪਬਲਿਕ ਓਪੀਨੀਅਨ ਜ਼ਰੂਰ ਮੰਗੀ ਜਾਂਦੀ ਆ, ਔਰ ਓਪਨਲੀ ਮੀਡੀਆ ਦੇ ਵਿੱਚ ਛਪਦਾ ਆ ਕਿ ਅਸੀਂ ਇਹ ਰੂਲ ਬਣਾਉਣ ਜਾ ਰਹੇ ਹਾਂ ਜਾਂ ਅਸੀਂ ਇਹ ਰੋਡ ਬਣਾਉਣ ਜਾ ਰਹੇ ਹਾਂ। ਈਵਨ ਜੀ ਬਿਲਕੁਲ ਐਬਸੋਲੂਟਲੀ ਰਾਈਟ। ਸਾਡੇ ਉਹਦੇ ਉੱਤੇ ਲੋਕੀ ਆਉਂਦੇ ਆ, ਉੱਥੇ ਤੇ ਜਿਹੜੀ ਗੈਦਰਿੰਗ ਹੁੰਦੀ ਆ ਉੱਥੇ ਆਪਣੇ ਵਿਚਾਰ ਦਿੰਦੇ ਆ ਤੇ ਉਹਨਾਂ ਨੂੰ ਕੰਸੀਡਰ ਕਰਕੇ ਫਿਰ ਹੀ ਕੋਈ ਉਹ ਰੂਲ ਬਣਦਾ ਆ। ਤੇ ਵੀ ਆਰ ਸੋ ਪ੍ਰਾਊਡ ਐਂਡ ਕਿ ਆਪਾਂ ਇਸ ਕੰਟਰੀ ਦੇ ਵਿੱਚ ਹੈਗੇ ਆ ਤੇ ਆਪਾਂ ਨੂੰ ਇਸ ਚੀਜ਼ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਆ। 100% ਜੀ ਹੁੰਦਾ ਹੈ। ਔਰ ਅਸੀਂ ਦੇਖੋ ਅੱਜ ਬੇਬਾਕ ਹੋ ਕੇ ਬੋਲਨੇ ਆ ਨਾ ਇੱਕ ਸਬਜੈਕਟ ਮੈਟਰ ਦੇ ਉੱਤੇ, ਤੇ ਦੇਖੋ ਕਿਸੇ ਦਾ ਡਰ ਨਹੀਂ ਸੀ, ਭੈ ਨਹੀਂ ਸੀ। ਅਸੀਂ ਆਪਣੇ ਦਿਲ ਦੀ ਗੱਲ ਅਸੀਂ ਰੱਖੀ ਹੈ, ਕਿਤੇ ਨਾ ਕਿਤੇ ਉਹਨਾਂ ਦੇ ਦਫ਼ਤਰ 'ਚ ਉਹਨਾਂ ਦੇ ਸਿੱਧਾ ਉਹਨਾਂ ਦੇ ਤੱਕ ਰਾਬਤਾ ਕਰਕੇ ਪਹੁੰਚਾਈ ਹੈ। ਇੱਕ ਸਿਸਟਮ ਹੈ, ਇਸ ਸਿਸਟਮ ਨੂੰ ਸਾਨੂੰ, ਤਾਂ ਹੀ ਮੈਂ ਕਿਹਾ ਸੀ ਵੀ ਆਪਾਂ ਨੂੰ ਇਸ ਸਿਸਟਮ ਨੂੰ ਕਲੀਨ ਹੈ, ਬਹੁਤ ਵਧੀਆ, ਟਰਾਂਸਪੇਰੈਂਟ ਹੈ, ਇਸ ਸਿਸਟਮ ਨੂੰ ਸਟਰੋਂਗ ਰੱਖਣ ਦੀ ਲੋੜ ਹੈ। ਸਾਨੂੰ ਜਿਹੜੇ ਆਪਣੇ ਬੈਗੇਜਿਸ ਆ ਪਿੱਛੇ ਹੀ ਰੱਖਣ ਦੀ ਲੋੜ ਹੈ ਤੇ ਇੱਥੇ ਦੇ ਸਿਸਟਮ ਨੂੰ ਅਡਾਪਟ ਕਰੀਏ, ਇਸ ਆਈਡੀਓਲੋਜੀ ਨੂੰ ਅਡਾਪਟ ਕਰੀਏ ਤਾਂ ਕਿ ਅਸੀਂ ਖੁਸ਼ਹਾਲੀ ਵਾਸਤੇ ਆਏ ਨਾ, ਹੋਰ ਇਸ ਮੁਲਕ ਨੂੰ ਵੀ ਖੁਸ਼ਹਾਲ ਕਰੀਏ ਪੋਜ਼ਿਟਿਵਲੀ ਕੰਮ ਕਰਕੇ। ਬਿਲਕੁਲ ਜੀ। ਤੇ ਜੇ ਇੰਡੀਆ ਦੀ ਗਵਰਨਮੈਂਟ ਵੀ ਇੱਦਾਂ ਹੀ ਸੋਚਦੀ ਹੈ ਕਿ ਖੁਸ਼ਹਾਲੀ ਤੇ ਡਿਵੈਲਪਮੈਂਟ ਲੈ ਕੇ ਆਉਣੀ ਹੈ ਤਾਂ ਡਿਵੈਲਪਮੈਂਟ ਖਾਲੀ ਬਿੱਲ ਪਾਸ ਕਰਨ ਨਾਲ ਜਾਂ ਇੱਦਾਂ ਦੇ ਆਰਡੀਨੈਂਸ ਜਾਰੀ ਕਰ ਦੇਣ ਨਾਲ ਹੀ ਨਹੀਂ ਬਣਦਾ। ਉਹਦੇ ਵੀ ਜਿਹੜੀ ਪਬਲਿਕ ਆ, ਜਿਹੜੀ ਜਨਤਾ ਆ, ਉਹਨੂੰ ਵੀ ਨਾਲ ਲੈ ਕੇ ਚੱਲਣਾ, ਉਹ ਵੀ ਇੱਕ ਖਾਸ ਕਹਿ ਲਓ ਕਿ ਪਾਰਟ ਆਫ ਦਾ ਡਿਵੈਲਪਮੈਂਟ ਆ। ਬਿਲਕੁਲ 100% ਰਾਈਟ। ਸੋ ਜੋਤਵਿੰਦਰ ਜੀ, ਜਾਣ ਤੋਂ ਪਹਿਲਾਂ ਕੋਈ ਹੋਰ ਮੁੱਦਾ ਰਹਿ ਗਿਆ ਹੋਵੇ ਡਿਸਕਸ ਕਰਨ ਲਈ? ਨਹੀਂ ਜੀ, ਆਪਾਂ ਅਗਲੀ ਵਾਰੀ ਕਰਾਂਗੇ, ਮੁੱਦੇ ਬਹੁਤ ਨੇ, ਆਪਾਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ। ਤੁਹਾਨੂੰ ਇਹਨਾਂ ਚੀਜ਼ਾਂ ਦੇ ਜਿਹੜੀਆਂ ਅਸੀਂ ਪਿੱਛੇ ਰਿਕੁਐਸਟ ਕੀਤੀਆਂ ਨੇ, ਹੋ ਸਕਦਾ ਹੈ ਕਿ ਸਿਟੀ ਨਾਲ ਅਸੀਂ ਲੌਬੀ ਕਰਕੇ ਕੁਝ ਨਾ ਕੁਝ ਮੁੱਦਾ ਕੋਸ਼ਿਸ਼ ਕਰਾਂਗੇ ਮਨਵਾਉਣ ਦੀ, ਤੇ ਅੱਗੇ ਨੂੰ ਜਦੋਜਹਿਦ ਜਾਰੀ ਸਲੋਲੀ ਅਸੀਂ ਕਰਦੇ ਰਹਾਂਗੇ। ਤੁਸੀਂ ਵੀ ਜਾਗਦੇ ਰਹੋ। ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਨੇ ਤੇ ਤੁਸੀਂ ਜੋ ਵੀ ਸਾਡੇ ਹੱਕਾਂ ਵਾਸਤੇ ਜੋ ਵੀ ਤੁਸੀਂ ਗੱਲ ਸਿਟੀ ਆਫ ਬਰੈਂਪਟਨ ਦੇ ਕੋਲ ਉਠਾਈ ਹੈ, ਸਾਡੀਆਂ ਵੈਲ ਵਿਸ਼ੇਸ ਤੁਹਾਡੇ ਨਾਲ ਨੇ ਕਿ ਤੁਸੀਂ ਉਹਨਾਂ ਨੂੰ ਵਰਡ ਟੂ ਵਰਡ ਕਹਿ ਲਓ ਕਿ ਉਹਨਾਂ ਨੂੰ ਜਾਰੀ ਕਰਵਾ ਸਕੋ। ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ। ਬਹੁਤ ਸ਼ੁਕਰੀਆ ਜੀ।
ਸੋ ਵਿਊਅਰਸ, ਆਈ ਹੋਪ ਤੁਹਾਨੂੰ ਅੱਜ ਦੀ ਸਾਡੀ ਇਹ ਜ਼ਿੰਦਾ ਦਿਲ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਏਗੀ, ਜਿਹਦੇ ਵਿੱਚ ਕਿ ਤੁਹਾਡੇ ਤੇ ਮੇਰੇ ਆਪਣੇ ਮਸਲੇ ਸੀਗੇ ਜਿਹੜੇ ਕਿ ਜੋਤਵਿੰਦਰ ਜੀ ਨੇ ਸਿਟੀ ਆਫ ਬਰੈਂਪਟਨ ਦੇ ਨਾਲ ਰੂਬਰੂ ਕਰਕੇ ਉਹਨਾਂ ਨੂੰ ਮਿਲਵਾਉਣ ਦੀ ਕੋਸ਼ਿਸ਼ ਕੀਤੀ ਤੇ ਡੈਲੀਗੇਸ਼ਨ ਵੀ ਪੇਸ਼ ਕੀਤੇ ਹੋਏ ਨੇ। ਤੇ ਇਹਨਾਂ ਉੱਤੇ ਕੀ ਵਿਚਾਰ ਆਉਂਦਾ ਆ ਸਿਟੀ ਦਾ, ਇਹ ਵੀ ਜਦੋਂ ਜਾਰੀ ਹੋ ਜਾਏਗਾ ਤੇ ਇਹ ਫੇਰ ਆਉਣਗੇ ਤੇ ਸਾਨੂੰ ਉਹਦੇ ਬਾਰੇ ਅਪਡੇਟ ਜ਼ਰੂਰ ਦਿੰਦੇ ਰਹਿਣਗੇ। ਤੇ ਤੁਸੀਂ ਵੀ ਕਾਈਂਡਲੀ ਜਾਗਰੂਕ ਰਿਹਾ ਕਰੋ, ਆਪਣੇ ਆਸੇ-ਪਾਸੇ ਜੋ ਹੋ ਰਿਹਾ ਆ ਉਸ ਵਾਸਤੇ ਚੁਕੰਨੇ ਰਿਹਾ ਕਰੋ। ਬੀ ਇਨਫੋਰਮਡ ਐਂਡ ਬੀ ਕਨੈਕਟਡ। ਸੋ ਆਪਣੀ ਕੋਈ ਵੀ ਤੁਹਾਡੇ ਰਿਵਿਊਜ਼ ਨੇ, ਕੋਈ ਵੀ ਵਿਊਜ਼ ਨੇ, ਮੈਨੂੰ ਜਾਂ ਬੌਬ ਦਸਾਂਝ ਜੀ ਨੂੰ ਕਾਲ ਕਰ ਲਿਓ। ਮੇਰਾ ਨੰਬਰ ਸਕਰੀਨ ਤੇ ਆ ਹੀ ਰਿਹਾ ਆ ਤੇ ਬੌਬ ਦਸਾਂਝ ਜੀ ਦਾ ਨੰਬਰ ਆ 4164197777 ਤੇ ਤੁਸੀਂ ਜੁੜੇ ਰਹੋ ਸਾਂਝਾ ਪੰਜਾਬ ਦੇ ਨਾਲ ਇਸੇ ਤਰ੍ਹਾਂ ਸਾਰਾ ਦਿਨ ਸਾਰੀ ਰਾਤ। ਸਤਿ ਸ਼੍ਰੀ ਅਕਾਲ।